वाहिगुरु जी का खालसा वाहिगुरु जी की फतेह। संगत जी जी आया नू जी आया नू। ਇਹ ਫਿਰ ਪਰਮਾਨੈਂਟ ਸਾਡਾ ਸਟੇਟ ਆਫ ਮਾਈਂਡ ਜਿਹੜਾ ਅਸੀਂ ਖੁਸ਼ੀ ਫੀਲ ਕਰੀਏ, ਇਹ ਫਿਰ ਕਿਵੇਂ ਮਿਲੇ ਸਾਨੂੰ? ਬਹੁਤ ਸਾਰੇ ਟਿਪਸ ਨੇ ਸਾਡੇ ਕੋਲ, ਤੇ ਮੇਜਰ ਜਿਹੜਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਔਰ ਹਮੇਸ਼ਾ ਹੀ ਚੱਲਦਾ ਰਹਿਣਾ ਐਵਰ ਐਵਰ ਐਵਰ, ਉਹ ਹੈਗਾ ਮੈਡੀਟੇਸ਼ਨ। ਅੱਜ ਤਾਂ ਮੈਂ ਸਾਇੰਸ ਦੀਆਂ ਗੱਲਾਂ ਕਰਾਂਗੀ। ਉਹਦੇ ਨਾਲ ਕੀ ਹੋਏਗਾ ਨਾ, ਸਾਡਾ ਜਿਹੜਾ ਹੁਣ ਲੌਜੀਕਲ ਮਾਈਂਡ ਹੈ, ਉਹ ਕਹਿੰਦਾ ਨਾਮ ਜਪਣ 'ਚ ਕੀ ਰੱਖਿਆ, ਇਹਦੇ ਨਾਲ ਕੀ ਮੈਨੂੰ ਫਰਕ ਪੈ ਜਾਣਾ ਹੈ? ਇਹਦੇ ਨਾਲ ਹੀ ਸਾਰਾ ਫਰਕ ਪੈਣਾ। ਇਹਦੇ ਨਾਲ ਬਾਕੀ ਜਿੰਨੇ ਟਿਪਸ ਨੇ ਅਸੀਂ ਵਿਚਾਰ ਕਰਾਂਗੇ, ਉਹ ਸਾਰੇ ਆਟੋਮੈਟਿਕਲੀ ਸਾਡੀ ਲਾਈਫ ਵਿੱਚ ਆਈ ਜਾਣੇ ਨੇ। ਇਹਦੇ ਉੱਤੇ ਸਾਇੰਸ ਦੀਆਂ ਰਿਸਰਚਸ ਕੀ ਕਹਿੰਦੀਆਂ ਨੇ? ਉਹ ਕਹਿੰਦੀਆਂ ਨੇ ਕਿ ਯੂਨੀਵਰਸਿਟੀ ਆਫ ਐਰੀਜ਼ੋਨਾ ਲੈ ਲਓ, ਹਾਰਵਰਡ ਯੂਨੀਵਰਸਿਟੀ ਦੀ 75 ਇਅਰਸ ਦੀ ਰਿਸਰਚ ਹੈ, 75 ਸਾਲਾਂ ਦੀ ਮੈਡੀਟੇਸ਼ਨ ਉੱਤੇ। ਅੱਜ ਦੀ ਜਿੰਨੀ ਵੀ ਵੈਸਟਰਨ ਸਾਇੰਸ ਹੈ ਨਾ, ਇਹ ਮੈਡੀਟੇਸ਼ਨ ਤੇ ਬਹੁਤ ਜ਼ੋਰ ਦੇਣ ਲੱਗ ਗਈ, ਕਿਉਂਕਿ ਇਹ ਕਹਿੰਦੇ ਸਦੀਆਂ ਤੋਂ ਇਹ ਜਿਹੜਾ ਚੱਲਿਆ ਆ ਰਿਹਾ ਸੀ ਕਿ ਜਿਹੜੇ ਮੈਡੀਟੇਸ਼ਨ ਕਰਦੇ ਸੀ, ਰੈਗੂਲਰ ਮੈਡੀਟੇਸ਼ਨ ਕਰਦੇ ਸੀ, ਜ਼ਿਆਦਾ ਸਮਾਂ ਮੈਡੀਟੇਸ਼ਨ ਕਰਦੇ ਸੀ, ਜ਼ਿਆਦਾ ਇਹ ਨਹੀਂ ਕਿ ਹਰ ਵੇਲੇ ਉਹ ਕੰਮ ਕਰਦੇ ਆ ਵੀ ਉਹਨਾਂ ਦਾ ਸਟੇਟ ਆਫ ਮਾਈਂਡ ਜਿਹੜਾ ਸੀ ਉਹ ਪਰਮਾਤਮਾ ਨਾਲ ਜੁੜਿਆ ਸੀ, ਜਾਂ ਸੈਲਫ ਦੇ ਨਾਲ ਕਹਿ ਲਓ। ਸੋ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਹਮੇਸ਼ਾ ਹੀ ਖੁਸ਼ ਰਹੇ ਨੇ, ਔਰ ਉਹਨਾਂ ਦੀ ਜ਼ਿੰਦਗੀ ਵਿੱਚ ਅਗਰ ਦੁੱਖ ਆਏ ਨੇ, ਮੁਸੀਬਤਾਂ ਆਈਆਂ ਨੇ, ਤਾਂ ਉਹਨੂੰ ਬੜੇ ਆਰਾਮ ਦੇ ਨਾਲ ਫੇਸ ਕਰ ਪਾਏ ਔਰ ਛੇਤੀ ਹੀ ਦੁੱਖ ਵਿੱਚੋਂ ਬਾਹਰ ਨਿਕਲ ਪਾਏ। ਔਰ ਇਹਨਾਂ ਨੇ ਇੰਨੇ ਫਾਇਦੇ ਦੱਸੇ ਨੇ ਸੰਗਤ ਜੀ, ਜਿਹੜੇ ਸਾਨੂੰ ਬਸ ਬਾਣੀ ਵਿੱਚੋਂ ਵੀ ਦੇਖਣੇ ਨੇ। ਬਾਣੀ ਨੇ ਤਾਂ ਫਿਰ ਭੰਡਾਰੇ ਹੀ ਭਰ ਕੇ ਦੇ ਦਿੱਤੇ ਨੇ ਨਾ ਸਾਨੂੰ। ਪਰ ਸਾਇੰਸ ਦੀਆਂ ਰਿਸਰਚਸ ਕੀ ਕਹਿੰਦੀਆਂ ਨੇ? ਉਹ ਕਹਿੰਦੇ ਜਿਹੜੇ ਮੈਡੀਟੇਸ਼ਨ ਕਰਦੇ ਰਹੇ ਨੇ ਜਾਂ ਕਰ ਰਹੇ ਨੇ, ਉਹ ਲੋਕ ਜ਼ਿਆਦਾ ਖੁਸ਼ ਨੇ, ਉਹ ਜ਼ਿਆਦਾ ਸਕਸੈਸਫੁਲ ਨੇ ਆਪਣੀ ਲਾਈਫ ਦੇ ਵਿੱਚ। ਉਹਨਾਂ ਦੇ ਹਰ ਜ਼ਿੰਦਗੀ ਦਾ ਪਹਿਲੂ, ਚਾਹੇ ਉਹਨਾਂ ਦਾ ਰਿਲੇਸ਼ਨਸ਼ਿਪ ਆ, ਚਾਹੇ ਮੈਰਿਜ ਦਾ ਲਾ ਲਓ, ਜਾਂ ਵੈਸੇ ਕੋਈ ਵੀ ਰਿਲੇਸ਼ਨਸ ਨੇ, ਚਾਹੇ ਉਹਨਾਂ ਦੀ ਇਨਕਮ ਹੈ, ਵਰਕ ਪਰਫਾਰਮੈਂਸ ਉਹਨਾਂ ਦੀ ਵਧੀਆ ਹੋ ਰਹੀ ਹੈ ਜਿਹੜੇ ਮੈਡੀਟੇਸ਼ਨ ਦੇ ਵਿੱਚ ਨੇ, ਔਰ ਉਹਨਾਂ ਨੂੰ ਕੰਪੈਰੀਟਿਵਲੀ ਬਿਮਾਰੀਆਂ ਘੱਟ ਲੱਗਦੀਆਂ ਨੇ ਦੂਸਰਿਆਂ ਦੇ ਨਾਲੋਂ। ਉਹਦਾ ਵੀ ਰੀਜ਼ਨ ਆ ਜਾਏਗਾ ਵੀ ਕੀ ਕਾਰਨ ਮੈਡੀਟੇਸ਼ਨ ਨਾਲ ਕੀ ਹੋ ਜਾਂਦਾ। ਕਿ ਉਹਨਾਂ ਦੇ ਫਰੈਂਡਸ ਵੀ ਜਿਹੜੇ ਅੱਛੇ ਫਰੈਂਡਸ ਹੁੰਦੇ ਨੇ, ਗੁੱਡ ਫਰੈਂਡਸ ਹੁੰਦੇ ਨੇ, ਜਿਹੜੇ ਲੋੜ ਵੇਲੇ ਉਹਨਾਂ ਦਾ ਸਾਥ ਦਿੰਦੇ ਨੇ। ਇੱਕ ਤਾਂ ਫੇਕ ਹੁੰਦੇ ਨੇ ਨਾ, ਕਿਉਂਕਿ ਉਹ ਬੰਦਗੀ ਵਾਲਾ ਕੰਪਨੀ ਉਹਨਾਂ ਨਾਲ ਕਰੇਗਾ, ਸੰਗਤ ਉਹਨਾਂ ਨਾਲ ਹੀ ਕਰੇਗਾ, ਦੋਸਤੀ ਵੀ ਉਹਨਾਂ ਨਾਲ ਹੀ ਰੱਖੇਗਾ। ਸੋ ਇਹ ਲੋਕ ਚੈਰਿਟੀ ਵੀ ਜ਼ਿਆਦਾ ਕਰਦੇ ਨੇ, ਡੋਨੇਟ ਵੀ ਜ਼ਿਆਦਾ ਕਰਦੇ ਨੇ, ਔਰ ਚੈਰਿਟੀ ਕਰਕੇ ਖੁਸ਼ ਹੁੰਦੇ ਨੇ, ਔਰ ਚੈਰਿਟੀ ਦਾ ਕਮਾਲ ਫਿਰ ਉਹਦੇ ਕੋਲ ਬਰਕਤਾਂ ਆਈ ਜਾਣੀਆਂ ਨੇ। ਸੋ ਇਹ ਫਿਰ ਇਹ ਕਹਿੰਦੇ ਨੇ ਇਹਨਾਂ ਦੀ ਜਿਹੜੀ ਨੇਚਰ ਹੈਲਪਫੁਲ ਹੁੰਦੀ ਹੈ, ਦੂਸਰਿਆਂ ਦੀ ਹੈਲਪ ਕਰਨਾ ਚਾਹੁੰਦੇ ਨੇ, ਵੋਲੰਟੀਅਰ ਵਰਕ ਕਰਦੇ ਨੇ। ਇਹ ਮੈਡੀਟੇਸ਼ਨ ਦੇ ਕਮਾਲ ਦੱਸ ਰਹੇ ਨੇ। ਸੋ ਇਹਨਾਂ ਦੀ ਜ਼ਿੰਦਗੀ ਦੀ ਅਗਰ ਇੱਕ ਤਾਂ ਇਹ ਜੈਲਸੀ ਨਹੀਂ ਕਰਦੇ ਕਿਸੇ ਨਾਲ, ਕੋਈ ਅਗਰ ਅੱਗੇ ਵੱਧ ਰਿਹਾ ਹੈ ਤਾਂ ਇਹ ਸਮਝਦੇ ਨੇ ਕਿ ਉਹਦੇ ਪਿੱਛੇ ਉਹਦੇ ਕੋਈ ਕਰਮ ਹੋ ਗਈ, ਪਰਮਾਤਮਾ ਦੇ ਉੱਤੇ ਕਿਰਪਾ ਹੈ, ਕੋਈ ਨਾ ਕੋਈ ਤਾਂ ਰੀਜ਼ਨ ਹੈ, ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਪਰਮਾਤਮਾ ਦਾ ਘਰ ਹਮੇਸ਼ਾ ਹੀ ਇਨਸਾਫ ਹੈ। ਜੈਲਸੀ ਨਹੀਂ ਕਰਦੇ ਕਿਸੇ ਦੇ ਨਾਲ, ਦੂਸਰੇ ਦੀ ਖੁਸ਼ੀ ਵਿੱਚ ਵੀ ਖੁਸ਼ ਹੁੰਦੇ ਨੇ, ਆਪਣਾ ਜਿੰਨਾ ਮਿਲਿਆ ਥੋੜੇ ਵਿੱਚ ਵੀ ਜਿਹੜਾ ਖੁਸ਼ ਰਹਿਣ ਲੱਗ ਜਾਂਦੇ ਨੇ। ਸੋ ਇਹ ਅਗਰ ਦੁੱਖ ਆ ਵੀ ਜਾਵੇ ਜ਼ਿੰਦਗੀ ਦੇ ਵਿੱਚ, ਛੇਤੀ ਹੀ ਉਹਦੇ ਵਿੱਚੋਂ ਇਹ ਬਾਹਰ ਨਿਕਲ ਆਉਂਦੇ ਨੇ। ਲੰਬਾ ਟਾਈਮ ਉਸ ਦੁੱਖ ਵਿੱਚ ਦੁਖੀ ਨਹੀਂ ਰਹਿੰਦੇ। ਆਉਂਦੇ ਤਾਂ ਸਭ ਦੇ ਨੇ ਜੀਵਨ ਦੇ ਵਿੱਚ ਕੁਛ ਨਾ ਕੁਛ ਹਾਲਾਤ, ਪਰਿਸਥਿਤੀਆਂ ਗੜਬੜ, ਪਰ ਇਹਨਾਂ ਕੋਲ ਇਹ ਕਲਾ ਹੁੰਦੀ, ਇੱਕ ਆਰਟ ਹੁੰਦਾ ਜਿਹਦੇ ਵਿੱਚੋਂ ਇਹ ਛੇਤੀ ਬਾਹਰ ਨਿਕਲ ਆਉਂਦੇ ਨੇ। ਬਹੁਤ ਸਾਰੇ ਬੇਅੰਤ ਫਾਇਦੇ ਇਹਨਾਂ ਨੇ ਦੱਸੇ ਨੇ ਸੰਗਤ ਜੀ, ਅਸੀਂ ਗੁਰਬਾਣੀ ਵਿੱਚੋਂ ਵੀ ਲਵਾਂਗੇ ਤੇ ਸਾਨੂੰ ਕੀ ਫਾਇਦੇ ਨੇ ਜਿਹੜਾ ਹੈ ਮੈਡੀਟੇਸ਼ਨ ਦੇ, ਬੰਦਗੀ ਦੇ। ਪਰ ਨਾਲ ਇਹਨਾਂ ਨੇ ਮੈਡੀਟੇਸ਼ਨ ਕੀਤੀ, ਇਕਾਗਰਤਾ ਦੀ ਗੱਲ ਕੀਤੀ। ਇੱਕ ਅਸੀਂ ਹਾਂ ਬਾਣੀ ਪੜ੍ਹ ਲਈ, ਪਾਠ ਕਰ ਲਿਆ, ਸਾਡਾ ਮਨ ਲੱਗਿਆ ਨਹੀਂ। ਇਹ ਇਕਾਗਰਤਾ ਦੀ ਗੱਲ ਕਰ ਰਹੇ ਨੇ। ਥੋੜਾ ਟਾਈਮ ਵੀ ਅਗਰ ਤੁਹਾਡੀ ਕਨਸੈਂਟਰੇਸ਼ਨ ਬਣਦੀ ਹੈ, ਇਕਾਗਰਤਾ ਬਣਦੀ ਹੈ, ਤਾਂ ਕਮਾਲ ਹੋਣ ਲੱਗ ਜਾਏਗਾ ਤੁਹਾਡੇ ਜੀਵਨ ਦੇ ਵਿੱਚ। ਇਹ ਵੈਸਟਰਨ ਸਾਇੰਸ ਕਹਿੰਦੀ ਹੈ ਕਿ ਜਿਹੜੀ ਮੈਡੀਟੇਸ਼ਨ ਹੈ, ਇਹ ਹੈਪੀਨੈਸ ਦੀ ਕੀ ਹੈ, ਕੀ ਚਾਬੀ ਹੈ ਖੁਸ਼ੀ ਦੀ। ਵੈਸਟਰਨ ਸਾਇੰਸ ਕਹਿ ਰਹੀ ਹੈ ਕਿ ਜਿਹੜੀ ਮੈਡੀਟੇਸ਼ਨ ਹੈ, ਇਹ ਟੂਲ ਹੈ ਹੈਪੀਨੈਸ ਦਾ। ਇਸ ਤੋਂ ਵੱਧ ਕੇ ਹੋਰ ਉਹ ਕੀ ਕਹਿ ਦੇਣਗੇ? ਇਹ ਚਾਬੀ ਹੈ ਹੈਪੀਨੈਸ ਦੀ, ਇਹ ਟੂਲ ਹੈ। ਫਿਰ ਦੱਸਿਆ ਵੀ ਕੀ ਰੀਜ਼ਨ ਹੈ ਮੈਡੀਟੇਸ਼ਨ ਕਰਨ ਦੇ ਨਾਲ ਇੰਨੇ ਜ਼ਿੰਦਗੀ ਦੇ ਵਿੱਚ ਗੁਣ ਕਿਵੇਂ ਆ ਜਾਂਦੇ ਨੇ।
जो ਅਸੀਂ ਸਾਰਾ ਕੁਝ ਚਾਹੁੰਦੇ ਹਾਂ ਆਟੋਮੈਟਿਕਲੀ ਆ ਜਾਂਦਾ ਹੈ ਮੈਡੀਟੇਸ਼ਨ ਦੇ ਨਾਲ। ਉਹ ਕਹਿੰਦੇ ਨੇ ਜਿਹੜਾ PFC ਸਾਡੇ ਬ੍ਰੇਨ ਦਾ ਪ੍ਰੀ ਫਰੰਟਲ ਕੋਰਟੈਕਸ, ਉਹ ਜਿਹੜਾ ਹਿੱਸਾ ਹੈ ਉਹ ਰਿਸਪੌਂਸੀਬਲ ਹੈ ਸਾਡੇ ਸੈਲਫ ਕੰਟਰੋਲ ਦੇ ਲਈ। ਅਸੀਂ ਚਾਹੁੰਦੇ ਹਾਂ ਨਾ ਮੇਰਾ ਆਪਣੇ ਉੱਤੇ ਕੰਟਰੋਲ ਆ ਜਾਵੇ, ਹਾਲੇ ਤਾਂ ਸਾਨੂੰ ਮਨ ਸਾਡਾ ਭਜਾ ਰਿਹਾ ਹੈ, ਸਾਡਾ ਬ੍ਰੇਨ ਹੀ ਸਾਨੂੰ ਭਜਾ ਰਿਹਾ ਵੀ ਸਾਡਾ ਹਰ ਆਪਣੇ ਸੈਲਫ ਦੇ ਉੱਤੇ ਕੰਟਰੋਲ ਆ ਜਾਵੇ। ਇਹ ਜਿਹੜਾ ਪ੍ਰੀ ਫਰੰਟਲ ਕੋਰਟੈਕਸ ਹੈ ਇਹ ਰਿਸਪੌਂਸੀਬਲ ਹੈ ਸਾਡੇ ਸੈਲਫ ਕੰਟਰੋਲ ਦੇ ਲਈ, ਇਹ ਰਿਸਪੌਂਸੀਬਲ ਹੈ ਪਲੈਨਿੰਗਸ ਕਰਨ ਦੇ ਲਈ, ਡਿਸੀਜ਼ਨ ਮੇਕਿੰਗ ਦੇ ਲਈ, ਪ੍ਰੋਬਲਮ ਸੋਲਵਿੰਗ ਦੇ ਲਈ, ਕਨਸੈਂਟ੍ਰੇਸ਼ਨ ਦੇ ਲਈ, ਜੱਜਮੈਂਟ ਦੇ ਲਈ, ਇਮੋਸ਼ਨਲ ਰੈਗੂਲੇਸ਼ਨ ਦੇ ਲਈ, ਔਰ ਸੋਸ਼ਲ ਰਿਲੇਸ਼ਨਸ਼ਿਪ ਦੇ ਲਈ, ਕ੍ਰੀਏਟਿਵਿਟੀ ਦੇ ਲਈ। ਇਹ ਇੰਨੇ ਇਹਦੇ ਕੋਲ ਹੀ ਕੰਟਰੋਲ ਹੈ। ਸੋ ਮੈਡੀਟੇਸ਼ਨ ਦੇ ਨਾਲ ਕੀ ਹੁੰਦਾ, ਇਹ ਐਕਟਿਵ ਹੋਣ ਲੱਗ ਜਾਂਦਾ ਹੈ ਸਾਡਾ PFC ਪ੍ਰੀ ਫਰੰਟਲ ਕੋਰਟੈਕਸ ਜਿਹੜਾ ਹੈ ਇਹ ਐਕਟਿਵ ਹੋਣ ਲੱਗ ਜਾਂਦਾ ਹੈ। ਔਰ ਉਹ ਹਿੱਸਾ ਜਿਹੜਾ ਹੈ ਕਿ ਜਿਹਦੇ ਕਾਰਨ ਅਸੀਂ ਡਰੇ ਫੀਲ ਕਰਦੇ ਹਾਂ, ਦੁਖੀ ਫੀਲ ਕਰਦੇ ਹਾਂ, ਉਹ ਜਿਹੜਾ ਹੈ ਹੌਲੀ ਹੌਲੀ ਕਰਕੇ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਔਰ ਛੋਟਾ ਹੁੰਦਾ ਚਲਾ ਜਾਂਦਾ ਹੈ। ਕਰਦਿਆਂ ਕਰਦਿਆਂ ਮੈਡੀਟੇਸ਼ਨ ਦੇ ਵਿੱਚ ਫਿਰ ਇਹ ਸਾਰੇ ਡਰ, ਇਹ ਭੈ, ਫਿਕਰ, ਚਿੰਤਾ ਸਾਰੇ ਖਤਮ ਹੀ ਹੋ ਜਾਂਦੇ ਨੇ। ਸੋ ਫਿਰ ਕੀ ਹੁੰਦਾ ਹੈ, ਰਿਸਰਚਰਸ ਕਹਿੰਦੀਆਂ ਨੇ ਜਿਨ੍ਹਾਂ ਨੇ ਲੰਬਾ ਸਮਾਂ ਮੈਡੀਟੇਸ਼ਨ ਕੀਤੀ ਉਹਨਾਂ ਦੀ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਪਹਿਲਾਂ ਤਾਂ ਵਧਣੀ ਸ਼ੁਰੂ ਹੋ ਗਈ, ਕਰਦਿਆਂ ਕਰਦਿਆਂ ਉਹਨਾਂ ਦੇ ਰੋਗ ਹੀ ਖਤਮ ਹੋ ਗਏ, ਕਈਆਂ ਦੇ ਇੱਥੋਂ ਤੱਕ ਪਹੁੰਚ ਗਏ। ਸੋ ਇਮਿਊਨਿਟੀ ਵੱਧ ਗਈ, ਉਹਨਾਂ ਦੇ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸੁਧਾਰ ਹੋਇਆ ਔਰ ਉਹਨਾਂ ਦਾ ਬਿਹੇਵੀਅਰ ਬੜਾ ਵਧੀਆ ਹੋ ਗਿਆ, ਹੈਲਪਫੁਲ ਹੋ ਗਏ, ਪੋਜ਼ਿਟਿਵ ਹੋ ਗਏ, ਸ਼ੇਅਰਿੰਗ ਉਹਨਾਂ ਦੇ ਜੀਵਨ ਵਿੱਚ ਆ ਗਈ, ਜੋ ਵੀ ਇਹਨਾਂ ਕੋਲ ਅੱਛਾ ਸੀ ਉਹਨਾਂ ਨੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਕੇਅਰਫੁਲ ਉਹਨਾਂ ਦੀ ਨੇਚਰ ਹੋ ਗਈ। ਸੋ ਲੈਟਿੰਗ ਗੋ, ਜੋ ਵੀ ਹੋਲਡ ਕੀਤਾ ਹੁੰਦਾ ਸੀ ਉਹਨੂੰ ਛੱਡਣ ਲੱਗ ਗਏ, ਫੋਰਗਿਵਨੈਸ ਆ ਗਈ ਉਹਨਾਂ ਦੇ ਜੀਵਨ ਦੇ ਵਿੱਚ, ਗ੍ਰੈਟੀਟਿਊਡ ਆ ਗਿਆ ਉਹਨਾਂ ਦੇ ਜੀਵਨ ਦੇ ਵਿੱਚ। ਸੋ ਰਿਜ਼ੈਂਟਮੈਂਟ ਉਹਨਾਂ ਦੇ ਜੀਵਨ ਵਿੱਚੋਂ ਖਤਮ ਹੋ ਗਈ, ਫਰਸਟ੍ਰੇਸ਼ਨ ਜਿਹੜੀ ਖਤਮ ਹੋ ਗਈ। ਅਸੀਂ ਸਾਰੇ ਹੀ ਚਾਹੁੰਦੇ ਹਾਂ ਨਾ ਸੰਗਤ ਜੀ, ਨੈਗੇਟਿਵਿਟੀ ਨਾ ਹੋਵੇ ਔਰ ਪੋਜ਼ਿਟਿਵਿਟੀ ਆ ਜਾਵੇ, ਅਸੀਂ ਖੁਸ਼ ਰਹੀਏ। ਇਹ ਸਾਰਾ ਮੈਡੀਟੇਸ਼ਨ ਦਾ ਕਮਾਲ ਹੋ ਗਿਆ। ਤਾਂ ਸੰਗਤ ਜੀ ਹੁਣ ਅਸੀਂ ਅਗਰ ਗੁਰਬਾਣੀ ਦੇ ਵਿੱਚੋਂ ਲਈਏ, ਫਿਰ ਅਸੀਂ ਬਾਕੀ ਹੋਰ ਟਿਪਸ ਵੀ ਲਵਾਂਗੇ ਜਿਹੜੇ ਆਟੋਮੈਟਿਕਲੀ ਨਾਮ ਜਪਣ ਦੇ ਨਾਲ, ਮੈਡੀਟੇਸ਼ਨ ਕਰਨ ਦੇ ਨਾਲ ਆ ਜਾਣੇ ਨੇ। ਅਸੀਂ ਕੀ ਕੁਛ ਨਹੀਂ ਚਾਹੁੰਦੇ ਵੀ ਸਾਨੂੰ ਸਭ ਕੁਝ ਮਿਲ ਜਾਵੇ, ਗੁਰਬਾਣੀ ਕਹਿੰਦੀ ਤੁਹਾਨੂੰ ਸਾਰਾ ਕੁਝ ਹੀ ਮਿਲੇਗਾ, ਪਰ ਹਿਰਦੇ ਵਿੱਚ ਤੁਹਾਡੇ ਨਾਮ ਵਸ ਜਾਵੇ। ਜਪਦਿਆਂ ਜਪਦਿਆਂ ਘਬਰਾਣਾ ਨਹੀਂ, ਫਿਕਰ ਨਹੀਂ ਕਰਨਾ, ਜਪਦਿਆਂ ਜਪਦਿਆਂ ਉਹ ਚਲੇ ਹੀ ਜਾਣਾ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ, ਸਾਡੇ ਹਿਰਦੇ ਵਿੱਚ ਵਸ ਜਾਣਾ। ਜਿਹਨੂੰ ਪ੍ਰੇਮ ਕਰਦੇ ਆ ਨਾ, ਜਿਹਨੂੰ ਆਰਾਧਦੇ ਆ, ਤਾਂ ਉਹਦਾ ਪ੍ਰੇਮ ਜਿਹੜਾ ਹੈ ਸਾਨੂੰ ਫੀਲ ਹੋਣ ਲੱਗ ਜਾਣਾ ਸੰਗਤ ਜੀ, ਉਸ ਵਾਹਿਗੁਰੂ ਜੀ ਦਾ, ਉਸ ਪਾਰ ਬ੍ਰਹਮ ਪਰਮਾਤਮਾ ਦਾ। ਸੋ ਕੀ ਗੁਰਬਾਣੀ ਦਾ ਇੱਕੋ ਹੀ ਅਗਰ ਅਸੀਂ ਸ਼ਬਦ ਲੈ ਲਈਏ, ਭੈਰੋ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਮਹਾਰਾਜ ਨੇ ਸਾਰੇ ਭੰਡਾਰੇ ਖੋਲ ਕੇ ਰੱਖ ਦਿੱਤੇ, ਭਾਈ ਤੁਸੀਂ ਹਿਰਦੇ 'ਚ ਨਾਮ ਵਸਾਓ, ਦੇਖੋ ਤੁਹਾਨੂੰ ਕੀ ਮਿਲੇਗਾ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਉਹ ਵੱਡਾ ਰਾਜਾ ਬਣ ਜਾਏਗਾ। ਇੱਕ ਤਾਂ ਛੋਟੇ ਛੋਟੇ ਰਾਜੇ ਨੇ ਨਾ, ਅਮਰੀਕਾ ਦਾ ਰਾਜਾ, ਕੈਨੇਡਾ ਦਾ ਰਾਜਾ, ਜਾਂ ਇਸ ਧਰਤੀ ਦਾ ਰਾਜਾ, ਇਹ ਬਹੁਤ ਛੋਟੇ ਰਾਜੇ ਨੇ, ਇਹ ਕੰਗਾਲ ਨੇ। ਵੱਡੇ ਰਾਜੇ ਬਣ ਜਾਓਗੇ ਮਹਾਰਾਜ ਜੀ ਕਹਿੰਦੇ। ਵੱਡੇ ਰਾਜੇ ਮਤਲਬ ਰਾਜੇ ਕੋਲ ਸਾਰਾ ਕੁਝ ਹੀ ਹੁੰਦਾ ਨਾ ਸੰਸਾਰਿਕ, ਇਸ ਵੱਡੇ ਰਾਜੇ ਕੋਲ ਲੋਕ ਤੇ ਪਰਲੋਕ ਸਭ ਕੁਝ। ਦੇਖਦੇ ਜਾਓ ਗੁਰਬਾਣੀ ਕੀ ਕੁਝ ਸਾਨੂੰ ਬਰਕਤਾਂ ਦੱਸ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਜਿਸ ਨਾਮ ਹਿਰਦੇ ਤੇ ਪੂਰੇ ਕਾਜਾ, ਉਹਦੇ ਕਾਰਜ ਵੀ ਪੂਰੇ ਹੋਣ ਲੱਗ ਜਾਂਦੇ ਨੇ। ਜਿਹਦੇ ਹਿਰਦੇ ਵਿੱਚ ਨਾਮ ਹੈ ਨਾ, ਉਹਦੇ ਕਾਰਜ ਜਿਹੜੇ ਨੇ ਬੜੇ ਮੀਨਿੰਗਫੁਲ ਹੁੰਦੇ ਨੇ, ਵਿਅਰਥ ਨਹੀਂ ਹੁੰਦੇ ਉਹਦੇ ਕਾਰਜ। ਉਹ ਆਟੋਮੈਟਿਕਲੀ ਉਹਦੇ ਕਾਰਜਾਂ ਦੀ, ਉਹਦੀ ਮੰਗ, ਉਹਦੀ ਡਿਮਾਂਡ, ਉਹਦੀ ਸੋਚ, ਉਹਦੇ ਐਕਸ਼ਨਸ ਪਿਓਰਿਟੀ ਵੱਲ ਨੂੰ ਵਧੀ ਜਾਣੇ ਨੇ। ਜਿਸ ਨਾਮ ਹਿਰਦੇ 3 ਕੋਟ ਧਨ ਪਾਏ, ਆਪਾਂ ਇੱਕ ਧਨ ਲੱਭਦੇ ਫਿਰਦੇ, ਕਰੋੜਾਂ ਹੀ ਧਨ। ਜਿਹਦੇ ਕੋਲ ਰੱਬੀ ਗੁਣ ਆ ਗਏ ਨਾ, ਉਹ ਉਹਦੇ ਕੋਲ ਧਨ, ਮਾਇਆ ਤਾਂ ਉਹਨਾਂ ਦੇ ਚਰਨਾਂ ਦੀ ਦਾਸੀ ਹੈ ਜਿਹਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ ਸਾਰੇ ਜਣੇ। ਪਰ ਅਗਲਾ ਕੀ ਦੱਸਦਾ, ਨਾਮ ਬਿਨਾ ਜਨਮ ਬਿਰਥਾ ਜਾਏ। ਅਸੀਂ ਸਾਰੇ ਚਾਹੁੰਦੇ ਸਾਡਾ ਜਨਮ ਬਿਰਥਾ ਨਾ ਜਾਏ, ਤਾਂ ਇਸ ਕਰਕੇ ਨਾਮ ਜਪੀਏ। ਬਾਣੀ, ਕੀਰਤਨ, ਕੋਈ ਸ਼ਬਦ ਦਾ ਜਾਪ, ਕੋਈ ਬਾਣੀ ਦਾ ਅਭਿਆਸ, ਜੋ ਸਭ ਨਾਮ ਦੇ ਵਿੱਚ ਹੀ ਹੈ। ਕੋਈ ਵਹਿਮ ਨਹੀਂ ਕਰਨਾ ਵੀ ਆਹੀ ਕਰਨਾ, ਸਾਰਾ ਉਹਦੇ ਵਿੱਚ ਹੀ ਹੈ। ਕਰਦਿਆਂ ਕਰਦਿਆਂ ਬਸ ਅੰਤਰਮੁਖੀ ਹੋਈ ਜਾਈਏ, ਅੰਤਰਮੁਖੀ। ਸੋ ਵੱਡ ਭਾਗੀ ਜਿਸ ਗੁਰਮਸਤਕ ਹਾਥ, ਉਹ ਵੱਡੇ ਭਾਗਾਂ ਵਾਲਾ ਜਿਹਦੇ ਮਸਤਕ ਦੇ ਉੱਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਰੂ ਨੇ ਹੱਥ ਰੱਖ ਦਿੱਤਾ। ਗੁਰੂ ਹੀ ਨਾਮ ਜਪਾਉਂਦਾ ਹੈ, ਕਿਰਪਾ ਦ੍ਰਿਸ਼ਟੀ ਪਾ ਕੇ,
ਸ਼ੁਕਰ ਕਰਿਆ ਕਰੋ ਜਿਸ ਦਿਨ ਨਾਮ ਜਪਣ ਦਾ ਮਨ ਬਣ ਜਾਵੇ, ਸ਼ੁਕਰ ਕਰਿਆ ਕਰੋ ਗੁਰੂ ਦਾ ਜਿਸ ਦਿਨ ਨਾਮ ਜਪਾ ਲਵੇ ਗੁਰੂ। ਹੁਣ ਮਹਾਰਾਜ ਕਹਿੰਦੇ ਆ ਜਿਸ ਨਾਮ ਹਿਰਦੇ, ਚਲੋ ਅਸੀਂ ਸਾਰਾ ਵਿੱਚੋਂ ਡਿਟੇਲ ਕੱਢ ਲੈਂਦੇ ਮਹਾਰਾਜ ਨੇ ਕੀ ਕਿਹਾ, ਕਿਉਂਕਿ ਹੋਰ ਟਿਪਸ ਵੀ ਲੈਣੇ। ਮਹਾਰਾਜ ਕਹਿੰਦੇ ਵੱਡਾ ਰਾਜਾ ਹੋ ਜਾਂਦਾ, ਉਹਦੇ ਪੂਰਨ ਕਾਜ ਹੋ ਜਾਂਦੇ ਨੇ, ਕਰੋੜਾਂ ਧਨ ਪਾ ਲੈਂਦਾ ਹੈ, ਨਾਮ ਤੋਂ ਬਿਨਾਂ ਜਨਮ ਬਿਰਥਾ ਜਾਂਦਾ ਹੈ। ਫਿਰ ਜਿਹਦੇ ਹਿਰਦੇ 'ਚ ਨਾਮ ਆ, ਕਈ ਕੋਟ ਸੈਨਾ। ਆਪਾਂ ਲੱਗਦਾ ਵੀ ਰਾਜੇ ਨੇ ਕਿੰਨੇ ਬੋਡੀਗਾਰਡ ਰੱਖੇ ਹੋ ਆ, ਉਹ ਮੰਤਰੀ ਨੇ ਕਿੰਨੇ ਮਿਨਿਸਟਰ ਨੇ ਰੱਖੇ ਹੋ। ਮਹਾਰਾਜ ਕਹਿੰਦੇ ਕਰੋੜਾਂ ਹੀ ਸੈਨਾ ਤੁਹਾਡੇ ਕੋਲ ਆ ਜਾਣਗੇ। ਉਹ ਗੁਪਤ ਪ੍ਰਗਟ ਸਭ ਕੁਛ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਨੇ ਜਿਹੜੇ 3 ਕਾਲ ਸਤ ਨੇ, ਪਾਸਟ ਪ੍ਰੈਜ਼ੈਂਟ ਫਿਊਚਰ ਵਿੱਚ ਅਟਲ ਨੇ ਇਹ ਮਹਾਰਾਜ। ਤੇ ਇਸ ਸਹਿਜ ਸੁਖੈਨਾ, ਸਹਿਜ ਭਾਵ ਵਿੱਚ ਸੁਖੀ ਵਸੇਗਾ, ਇਹੀ ਅਸੀਂ ਸਾਰੇ ਚਾਹੁੰਦੇ ਹਾਂ। ਮੈਂ ਸਹਿਜੇ ਹੀ ਸੁਖੀ ਹੋ ਜਾਵਾਂ। ਇਹ ਗੁਰਬਾਣੀ ਦੇ ਨਿਰਣੈ, ਉਹਦਾ ਉਹ ਸੀਤਲ ਹੋ ਜਾਂਦਾ ਹੈ, ਸ਼ੀਤਲਤਾ ਆ ਜਾਂਦੀ ਉਹਦੇ ਅੰਦਰ। ਇਹ ਨਾਮ ਦੀਆਂ ਬਰਕਤਾਂ ਨੇ। ਪਰ ਨਾਲ ਮਾਰੇ ਕਹਿੰਦੇ ਨਾਮ ਬਿਨਾ ਤ੍ਰਿਗ ਜੀਵਨ ਮੁਗਾ। ਜਿਹਦੇ ਕੋਲ ਨਾਮ ਨਹੀਂ ਨਾ, ਉਹਦਾ ਤ੍ਰਿਕਾਰ ਹੈ ਜੀਵਨ, ਮੁਰਦਾ ਉਹ ਤਾਂ। ਫਿਰ ਉਹ ਹੋਰ ਮਾਰੇ ਕਹਿੰਦੇ ਨੇ ਜਿਹਦੇ ਹਿਰਦੇ 'ਚ ਨਾਮ ਆ ਸੋ ਜੀਵਨ ਮੁਕਤਾ, ਜਿਉਂਦੇ ਜੀ ਹੀ ਬੰਧਨਾਂ ਤੋਂ ਮੁਕਤ, ਮਨ ਉਹਦਾ ਮੁਕਤ ਹੋ ਗਿਆ। ਜਿਸ ਨਾਮ ਹਿਰਦੇ ਤੇ ਸਭ ਹੀ ਜੁਗਤਾ, ਸਾਰੀਆਂ ਕਲਾਵਾਂ ਸਾਰੀਆਂ ਜੁਗਤਾਂ ਉਹਦੇ ਕੋਲ ਆ ਜਾਂਦੀਆਂ। ਜਿਸ ਨਾਮ ਹਿਰਦੇ ਤਿਸ 9 ਨਿੱਧ ਪਾਈ, 9 ਨਿੱਧਾਂ ਪਾਲਣ ਦਾ। ਇੱਕ ਸੰਸਾਰ ਦੀਆਂ ਵੀ 9 ਨਿੱਧਾਂ ਨੇ, ਇੱਕ ਰੂਹਾਨੀਅਤ ਦੀ 9 ਨਿੱਧ ਹੈ, ਉਹ ਵਾਹਿਗੁਰੂ ਹੈ, ਪਰ ਪ੍ਰਭੂ ਆਪ ਹੀ ਹੈ, ਉਹ 9 ਨਿੱਧ ਨੂੰ ਪਾਲਦਾ ਹੈ। ਪਰ ਕਹਿੰਦੇ ਨਾਮ ਬਿਨਾ ਭ੍ਰਮ ਆਵੇ ਜਾਈ। ਜਿਹਦੇ ਕੋਲ ਨਾਮ ਨਹੀਂ ਹੈ ਉਹ ਫਿਰ ਮਰੀ ਜਾਵੇਗਾ, ਜੰਮੀ ਜਾਵੇਗਾ, ਆਈ ਜਾਈ ਜਾਵੇਗਾ। ਜਿਸ ਨਾਮ ਹਿਰਦੇ ਸੋ ਬੇਪਰਵਾਹ, ਕਿੰਨੀ ਸਾਨੂੰ ਪਰਵਾਹ ਆ ਹਨਾ, ਉਹ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਹੁਣ ਬੇਪਰਵਾਹ ਹੋ ਜਾਂਦਾ, ਹੁਣ ਨਿਸ਼ਚਿੰਤ ਆ। ਜਿਸ ਨਾਮ ਹਿਰਦੇ ਤਿਸ ਸਦ ਹੀ ਲਾਹਾ, ਜਿਹਦੇ ਹਿਰਦੇ 'ਚ ਨਾਮ ਬਸ ਗਿਆ ਨਾ, ਉਹ ਲਾਹੇ ਖੱਟੀ ਜਾ ਰਿਹਾ, ਕਿਉਂਕਿ ਉਹਦੇ ਪ੍ਰੇਮ ਵਿੱਚ, ਉਹਦੀ ਯਾਦ ਵਿੱਚ ਉਹ ਪਰਿਵਾਰ 'ਚ ਵੀ ਬੈਠੇਗਾ, ਰਿਸ਼ਤੇਦਾਰਾਂ 'ਚ ਵੀ ਬੈਠੇਗਾ, ਆਵੇ ਜਾਵੇਗਾ ਵੀ, ਕਿਰਤ ਕਮਾਈਆਂ ਵੀ ਕਰੇਗਾ, ਲੇਕਿਨ ਅੰਦਰ ਉਹਦੇ ਹਿਰਦੇ 'ਚ ਵਸਿਆ ਹੈ, ਉਹਦੀ ਯਾਦ ਵਿੱਚ ਹੈ। ਜਿਸ ਨਾਮ ਹਿਰਦੇ, ਔਰ ਮਹਾਰਾਜ ਜੀ ਕਹਿੰਦੇ ਨੇ ਤਿਸ ਵੱਡ ਪਰਿਵਾਰਾ, ਉਹਦਾ ਵੱਡਾ ਪਰਿਵਾਰ ਹੋ ਜਾਂਦਾ। ਸਾਡੇ ਹਾਲੇ ਪਤਾ ਸਾਡਾ ਕਿੰਨਾ ਪਰਿਵਾਰ, ਇੱਕ ਪਤੀ, ਇੱਕ ਪਤਨੀ, ਮਾਤਾ ਪਿਤਾ, 2-3 ਬੱਚੇ, ਜਾਂ 4 ਰਿਸ਼ਤੇਦਾਰਾਂ ਨੂੰ ਵੀ ਬਣਾ ਲਈਦਾ ਆਪਣੇ। ਫਿਰ ਵੱਡਾ ਪਰਿਵਾਰ, ਸਾਰਾ ਜਗਤ ਉਹਦਾ ਪਰਿਵਾਰ ਹੋ ਜਾਂਦਾ। ਪ੍ਰੇਮ ਸਾਰਿਆਂ ਨਾਲ ਹੋ ਜਾਂਦਾ ਨਾ, ਇੰਨੇ ਛੋਟੇ ਜਿਹੇ ਥੋੜੀ ਰਹਿ ਜਾਂਦਾ, ਉਹ ਵਿਸ਼ਾਲ ਹੋਈ ਜਾਂਦਾ, ਵੱਡਾ ਪਰਿਵਾਰ। ਜਿਸ ਦਿਨ ਸਾਰਾ ਪਰਿਵਾਰ ਆਪਣਾ ਲੱਗਣ ਲੱਗ ਗਿਆ ਨਾ, ਸਾਰਾ ਸੰਸਾਰ ਆਪਣਾ ਪਰਿਵਾਰ ਸਮਝ ਲਿਓ, ਉਸ ਦਿਨ ਉਹਦੀ ਟਿਕ ਟਿਕ ਅੰਦਰ ਹੀ ਚੱਲ ਰਹੀ ਹੈ ਇਸ ਪਿਆਰੇ ਦੀ। ਹੁਣ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਮਨਮੁਖ ਗਾਵਾਰਾ, ਮਨਮੁਖ ਹੈ, ਮੂਰਖ ਹੈ ਉਹ। ਜਿਸ ਨਾਮ ਹਿਰਦੇ ਤਿਸ ਨਿਸ਼ਚਲ ਆਸਨ, ਨਿਸ਼ਚਲ ਹੁੰਦਾ ਹੈ ਜਿਹਨੂੰ ਕੋਈ ਹਿਲਾ ਨਹੀਂ ਸਕਦਾ, ਉਸ ਅਵਸਥਾ ਤੇ ਉਹ ਪਹੁੰਚ ਜਾਂਦਾ ਹੈ, ਕੋਈ ਹਿਲਾ ਹੀ ਨਹੀਂ ਸਕਦਾ। ਜਿਸ ਨਾਮ ਹਿਰਦੇ ਤਿਸ ਤਖਤ ਨਿਵਾਸਨ, ਸੱਚੇ ਤਖਤ ਦੇ ਉੱਤੇ ਹੁਣ ਉਹ ਪਹੁੰਚ ਗਿਆ, ਅਕਾਲ ਤਖਤ ਦੇ ਉੱਤੇ ਪਹੁੰਚ ਗਿਆ। ਉਹ ਕਿਹੜਾ ਅਕਾਲ ਤਖਤ? ਜਿਹੜਾ ਸਾਡੇ ਅੰਦਰ ਹੈ, ਅਕਾਲ ਦਾ ਪਾਰ ਬ੍ਰਹਮ ਪਰਮਾਤਮਾ ਦੇ ਉੱਥੇ ਤਖਤ ਦੇ ਉੱਤੇ ਪਹੁੰਚ ਗਿਆ। ਹੁਣ ਮਹਾਰਾਜ ਜੀ ਕਹਿੰਦੇ ਜਦੋਂ ਉੱਥੇ ਪਹੁੰਚ ਗਿਆ ਨਾ, ਤਖਤ ਨਿਵਾਸਨ, ਅਗਲੀ ਉਹਦੀ ਅਵਸਥਾ ਕੀ ਆ ਗਈ? ਜਿਸ ਨਾਮ ਹਿਰਦੇ ਸੋ ਸਾਚਾ ਸਾਹੋ, ਸੱਚਾ ਹੀ ਬਣ ਗਿਆ। ਇਹੀ ਅਸੀਂ ਚਾਹੁੰਦੇ ਨਾ, ਸੱਚ ਦੇ ਵਿੱਚ ਹੀ ਸਮਾ ਜਾਈਏ। ਇਹ ਨਾਮ ਦੀਆਂ ਬਰਕਤਾਂ ਨੇ। ਪਰ ਨਾਲ ਮਹਾਰਾਜ ਜੀ ਕਹਿੰਦੇ ਨੇ ਨਾਮਹੀਣ ਨਾਹੀ ਪਤ ਵੇ ਸਾਹੋ। ਜਿਹੜਾ ਨਾਮਹੀਣ ਆ, ਉਹਦੀ ਨਾ ਕੋਈ ਇੱਜ਼ਤ ਆ, ਤਾਂ ਨਾ ਹੀ ਉਹਦੇ ਤੇ ਕੋਈ ਇਤਬਾਰ ਕਰਦਾ ਹੈ। ਉਹਦਾ ਕੀ ਭਰੋਸਾ? ਸਾਡੇ ਮਨ ਦਾ ਕੀ ਭਰੋਸਾ? ਪਲ ਪਲ ਸਾਡੇ ਫੀਲਿੰਗਸ ਬਦਲਦੀਆਂ ਨੇ, ਭਾਵ ਬਦਲਦੇ ਨੇ। ਅੱਜ ਸਾਨੂੰ ਕੋਈ ਚੰਗਾ ਲੱਗਦਾ, ਕੱਲ ਨੂੰ ਕੋਈ ਨਹੀਂ ਚੰਗਾ ਲੱਗਦਾ। ਇਹ ਹੈ ਅਸੀਂ, ਇੱਦਾਂ ਦੇ ਅਸੀਂ ਆ। ਸਾਡੇ ਨੂੰ ਵੀ ਇਹ ਨਾਮ ਦੀਆਂ ਬਰਕਤਾਂ ਫਿਰ ਦੇਖੋ ਮਹਾਰਾਜ ਜੀ। ਦੇਖੋ ਅੱਜ ਸਾਨੂੰ ਨਾ, ਜਦੋਂ ਛੋਟੇ ਬੱਚੇ ਨੂੰ ਦੱਸੀਦਾ ਤੂੰ ਆਹ ਕਰ, ਤੈਨੂੰ ਆਹ ਮਿਲੇਗਾ। ਮਹਾਰਾਜ ਕਹਿੰਦੇ ਨਾਮ ਜਪ, ਤੈਨੂੰ ਆਹ ਮਿਲੇਗਾ। ਔਰ ਇਹ ਪਰਮ ਸੱਤ ਹੈ, ਔਰ ਇਹੀ ਇਸ ਲਈ ਸਾਨੂੰ ਜੀਵਨ ਮਿਲਿਆ ਹੈ। ਮਹਾਰਾਜ ਕਹਿੰਦੇ ਜਿਸ ਨਾਮ ਹਿਰਦੇ ਸੋ ਸਭ ਮੈਂ ਜਾਤਾ। ਹਾਲੇ ਤਾਂ 4 ਬੰਦੇ ਨਹੀਂ ਸਾਡੀ ਬਾਤ ਪੁੱਛਦੇ ਹੈ।
ਘਰਦੇ ਹੀ ਨਹੀਂ ਬਾਤ ਪੁੱਛਦੇ, ਪਰ ਮਹਾਰਾਜ ਕਹਿੰਦੇ ਸਾਰੀ ਜਗ੍ਹਾ ਹੀ ਤੁਹਾਡੀ ਜੈ ਜੈਕਾਰ ਹੋਣ ਲੱਗ ਜਾਏਗੀ। ਕਿੰਨਾ ਪ੍ਰੇਮ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਰ ਰਹੇ ਨੇ ਸਾਨੂੰ, ਗੁਰੂ ਨਾਨਕ ਮਹਾਰਾਜ ਜੀ ਸਾਨੂੰ ਦੱਸ ਰਹੇ ਨੇ, ਭਾਈ ਬੱਚਿਓ ਆ ਮਿਲੇਗਾ, ਆ ਮਿਲੇਗਾ ਹੈ। ਮਹਾਰਾਜ ਕਹਿੰਦੇ ਨੇ ਜਿਸ ਨਾਮ ਹਿਰਦੇ ਸੋ ਪੁਰਖ ਵਿਦਾਤਾ। ਲਓ ਜੀ, ਪਰਮਾਤਮਾ ਚ ਮਰਜ ਹੋ ਗਿਆ, ਹੁਣ ਪੁਰਖ ਵਿਦਾਤਾ ਹੀ ਬਣ ਗਿਆ। ਹੈ ਹੀ, ਕਿਉਂਕਿ ਉਹਦਾ ਹੀ ਰੂਪ ਹੈ ਨਾ। ਫਿਰ ਉਹ ਛੋਟੇ ਅੰਸ਼ ਤੋਂ ਉਸ ਵਿਰਾਟ ਦੇ ਵਿੱਚ ਫਿਰ ਉਹ ਸਮਾ ਜਾਂਦਾ ਹੈ। ਜਿਸ ਨਾਮ ਹਿਰਦੇ ਤੋਂ ਸਭ ਤੋਂ ਉੱਚਾ, ਪਰਮਾਤਮਾ ਸਭ ਤੋਂ ਉੱਚਾ। ਮਾਰੇ ਕਹਿੰਦੇ ਤੁਸੀਂ ਵੀ ਸਭ ਤੋਂ ਉੱਚੇ ਹੋ ਜਾਓਗੇ। ਇਹ ਤੁਸੀਂ ਪੜ੍ਹਿਓ ਜ਼ਰੂਰ ਸੰਗਤ ਜੀ, 1155 ਅੰਗ ਦੇ ਉੱਤੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭੈਰੋ ਮਹੱਲਾ ਪੰਜਵਾਂ, ਅਸ਼ਟਪਦੀਆਂ ਨੇ। 8 ਪਦੀਆਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੀਆਂ ਅੱਖਾਂ ਖੋਲ ਦਿੱਤੀਆਂ, ਸਾਡੇ ਹਿਰਦੇ ਨੂੰ ਖੋਲ ਕੇ ਰੱਖ ਦਿੱਤਾ, ਭਾਈ ਇੱਥੇ ਵਸਾਓ ਪਰਮਾਤਮਾ ਨੂੰ, ਤਾਂ ਤੁਸੀਂ ਆਪਣਾ ਦੇਖੋ ਫਿਰ ਸਟੇਟ ਆਫ ਮਾਈਂਡ ਕੀ ਹੈ। ਰਿਸਰਚਰਸ ਨੇ ਵੀ ਬਹੁਤ ਉਹਨਾਂ ਦੀ ਹੈਲਪ ਹੈ, ਸਾਨੂੰ ਕਿੰਨਾ ਦੱਸ ਰਹੇ ਨੇ, ਪਰ ਗੁਰੂ ਮਹਾਰਾਜ ਨੇ ਤਾਂ ਫਿਰ ਸਾਨੂੰ ਉਹ ਚੀਜ਼ਾਂ ਦੇ ਦਿੱਤੀਆਂ ਸਾਰੇ ਸੰਸਾਰ ਨੂੰ ਕਿ ਅਸੀਂ ਬਸ ਨਾਮ ਜਪੀਏ, ਬਾਣੀ ਦੇ ਨਾਲ ਜੁੜੀਏ, ਕੋਈ ਸ਼ਬਦ ਦਾ ਅਭਿਆਸ ਕਰੋ, ਕੋਈ ਚੌਪਾਈ ਸਾਹਿਬ ਦਾ ਹੀ ਕਰ ਲਓ, ਜਪਜੀ ਸਾਹਿਬ ਦਾ, ਕੋਈ ਵਾਹਿਗੁਰੂ ਮੂਲ ਮੰਤਰ, ਸਾਰਾ ਜੋ ਵੀ ਤੁਸੀਂ ਨਾਮ ਹੈ, ਬਾਰ-ਬਾਰ ਅਭਿਆਸ ਹੁੰਦਾ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਮਨ ਤਨ ਤ੍ਰਪੀ, ਬਾਰ-ਬਾਰ ਜਪਣਾ ਉਸ ਚੀਜ਼ ਨੂੰ, ਬਾਰ। ਉਹ ਸਾਡੇ ਫਿਰ ਰੋਮ ਰੋਮ ਵਿੱਚ, ਹਿਰਦੇ ਵਿੱਚ, ਸਵਾਸਾਂ ਵਿੱਚ, ਪ੍ਰਾਣਾਂ ਵਿੱਚ, ਸਬਕੌਂਸ਼ੀਅਸ ਮਾਈਂਡ ਵਿੱਚ ਉਹ ਫਿਰ ਚਲੀ ਜਾਵੇ। ਸੋ ਹੋਰ ਵੀ ਨਾਲ ਥੋੜ੍ਹਾ ਜਿਹਾ ਸੰਗਤ ਜੀ ਟਿਪਸ ਲੈ ਲਈਏ। ਬੇਅੰਤ ਟਿਪਸ ਨੇ ਜਿਹੜੇ ਗੁਰਬਾਣੀ ਵਿੱਚੋਂ ਸਾਨੂੰ ਦਿੱਤੇ ਗਏ ਨੇ ਸਾਡੇ ਖੁਸ਼ ਰਹਿਣ ਦੇ ਲਈ ਹੈ। ਸਭ ਤੋਂ ਪਹਿਲਾਂ ਤਾਂ ਹੁਣ ਮੈਡੀਟੇਸ਼ਨ ਆ ਗਿਆ। ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਰ ਪੋਜ਼ਿਟਿਵ ਥਿੰਕਿੰਗ, ਚੜ੍ਹਦੀਆਂ ਕਲਾ ਵਾਲੀ ਸੋਚ, ਇਹ ਤਾਂ ਮੈਡੀਟੇਸ਼ਨ 'ਚ ਸਾਰਾ ਕੁਝ ਹੀ ਆ ਜਾਣਾ। ਪਰ ਫਿਰ ਵੀ ਚਲੋ ਅਸੀਂ ਜ਼ਿੰਦਗੀ ਵਿੱਚ ਸਾਡੀ ਤਾਂ ਨੈਗੇਟਿਵ ਰਹਿੰਦੀ ਮੰਨ ਲਓ ਸੋਚ, ਤਾਂ ਫਿਰ ਇਹਨੂੰ ਅਸੀਂ ਸਮਝੀਏ ਅਸੀਂ ਪੋਜ਼ਿਟਿਵ ਕਿਵੇਂ ਸੋਚੀਏ, ਕਿਉਂਕਿ 70% ਜਿਹੜੇ ਸਾਡੇ ਰਿਸਰਚਸ ਹੋਈਆਂ ਨੇ, ਲੋਕਾਂ ਦੀ ਥਿੰਕਿੰਗ ਨੈਗੇਟਿਵ ਹੀ ਹੈ। ਔਰ ਉਹਦੇ 'ਚੋਂ ਕਮਾਲ ਹੈ ਕਿ ਅੱਜ ਜੋ ਅਸੀਂ ਸੋਚਿਆ ਕੱਲ ਨੂੰ ਵੀ ਉਹਦਾ 97% ਅਸੀਂ ਉਸੇ ਤਰ੍ਹਾਂ ਦਾ ਹੀ ਸੋਚ ਰਹੇ ਹੁੰਦੇ ਆ। ਜੇ ਨੈਗੇਟਿਵ ਕੋਈ ਚੱਲ ਰਿਹਾ ਤਾਂ ਉਹਦੀ ਨੈਗੇਟਿਵ ਹੀ ਥਿੰਕਿੰਗ ਰਹਿ ਜਾਂਦੀ ਹੈ। ਪਰ ਰਿਸਰਚਰਸ ਕਹਿੰਦੀਆਂ ਨੇ ਕਿ ਇੱਕ ਸਕਿੱਲ ਹੈ, ਆਪਣੇ ਸੋਚ ਨੂੰ, ਆਪਣੇ ਵਿਚਾਰਾਂ ਨੂੰ ਬਦਲਣਾ ਸਕਿੱਲ ਹੈ। ਹੁਣ ਕਿਵੇਂ ਅਸੀਂ ਪੋਜ਼ਿਟਿਵ ਰਹਿ ਜਾਈਏ? ਸੰਗਤ ਜੀ ਸਮਝੋ, ਆ ਜੋ ਯੂਨੀਵਰਸ ਹੈ, ਬ੍ਰਹਿਮੰਡ ਹੈ, ਪਰਮਾਤਮਾ ਦਾ ਪਸਾਰਾ ਹੈ, ਇਸ ਦੇ ਵਿੱਚ ਸ਼ੁਭ ਵੀ ਸ਼ੁਭ ਵੀ, ਜਿੰਨਾ ਸ਼ੁਭ ਤੁਸੀਂ ਸੋਚ ਲਓ, ਚੰਗਾ ਸੋਚ ਲਓ, ਇਹਦੇ ਵਿੱਚ ਹੀ ਹੈ। ਅਸ਼ੁਭ ਵੀ ਇਹਦੇ ਵਿੱਚ ਹੀ ਹੈ, ਜਿੰਨਾ ਮਾੜਾ ਤੁਸੀਂ ਸੋਚ ਲਓ ਇਹਦੇ ਵਿੱਚ ਹੀ ਹੈ। ਸ਼ੁਭ ਦੇ ਵਿੱਚ ਆ ਗਿਆ ਸੁੱਖ, ਸ਼ਾਂਤੀ, ਖੁਸ਼ੀਆਂ, ਖੇੜੇ, ਬਰਕਤਾਂ, ਆਨੰਦ ਮੰਗਲ, ਸਾਰਾ ਸ਼ੁਭ ਵਿੱਚ ਆ ਗਿਆ। ਸਕਸੈਸ, ਤੰਦਰੁਸਤੀਆਂ, ਸਾਰਾ ਸ਼ੁਭ ਵਿੱਚ। ਅਸ਼ੁਭ ਵਿੱਚ ਲਾ ਲਓ ਦੁੱਖ, ਅਸ਼ਾਂਤੀ, ਪਰੇਸ਼ਾਨੀ, ਗੜਬੜ, ਰੁਕਾਵਟਾਂ, ਸਾਰਾ ਕੁਛ ਹੀ, ਰੋਗ, ਗਰੀਬੀ, ਇਹ ਸਾਰਾ ਕੁਛ ਅਸ਼ੁਭਤਾ ਵਿੱਚ ਆ ਗਿਆ। ਸੋ ਇੱਕ ਪੋਜ਼ਿਟਿਵ ਤੇ ਨੈਗੇਟਿਵ ਦੋਨਾਂ ਵਿੱਚ। ਰਿਸਰਚਸ ਇਹ ਕਹਿ ਰਹੀਆਂ ਨੇ ਕਿ ਜੋ ਵੀ ਤੁਸੀਂ ਬਾਰ-ਬਾਰ ਸੋਚ ਰਹੇ ਹੋ, ਤੁਸੀਂ ਉਸੇ ਚੀਜ਼ ਨੂੰ ਆਪਣੇ ਵੱਲ ਅਟਰੈਕਟ ਕਰ ਰਹੇ ਹੋ। ਅਗਰ ਦੁੱਖ ਬਾਰੇ ਸੋਚ ਰਹੇ ਹੋ, ਤੁਸੀਂ ਹੋਰ ਦੁੱਖਾਂ ਨੂੰ ਆਪਣੇ ਜੀਵਨ ਵਿੱਚ ਬੁਲਾ ਰਹੇ ਹੋ। ਅਸ਼ਾਂਤੀ ਬਾਰੇ ਸੋਚ ਰਹੇ ਹੋ, ਚਾਹੇ ਕਿਸੇ ਨੇ ਤੁਹਾਨੂੰ ਦੁੱਖ ਦਿੱਤਾ ਉਹਦੇ ਬਾਰੇ ਸੋਚੀ ਜਾ ਰਹੇ ਹੋ, ਤਾਂ ਤੁਸੀਂ ਉਸੇ ਚੀਜ਼ ਨੂੰ ਹੋਰ ਅਟਰੈਕਟ ਕਰ ਰਹੇ ਹੋ। ਤੁਹਾਨੂੰ ਹੋਰ ਦੁੱਖ ਦੇਣ ਵਾਲੇ ਵੀ ਆ ਜਾਣਗੇ, ਕਿਉਂਕਿ ਤੁਸੀਂ ਇਹ ਸੋਚ ਰਹੇ ਹੋ ਤੁਹਾਨੂੰ ਕਿਸੇ ਨੇ ਦੁੱਖ ਦਿੱਤਾ, ਤੁਹਾਨੂੰ ਹੋਰ ਦੁੱਖ ਦੇਣ ਵਾਲੇ ਵੀ ਆ ਜਾਣਗੇ। ਤੋ ਇਸ ਤਰ੍ਹਾਂ ਸਾਰੇ ਜੋ ਵੀ ਸਾਡੀ ਨੈਗੇਟਿਵ ਥਿੰਕਿੰਗ ਹੈ, ਉਸੇ ਚੀਜ਼ ਨੂੰ ਅਟਰੈਕਟ ਕਰ ਰਹੇ ਹਾਂ। ਹੁਣ ਅਗਰ ਅਸੀਂ ਪੋਜ਼ਿਟਿਵ ਸੋਚਣ ਲੱਗ ਜਾਈਏ, ਚੰਗਾ ਸੋਚਣ ਲੱਗ ਜਾਈਏ, ਕਿਸੇ ਨੇ ਸਾਡੇ ਨਾਲ ਚੰਗਾ ਵੀ ਕੀਤਾ ਹੋਵੇਗਾ ਉਹ ਸੋਚੀਏ, ਤਾਂ ਹੋਰ ਚੰਗੇ ਤੁਹਾਡੀ ਲਾਈਫ ਵਿੱਚ ਆਉਣ ਲੱਗ ਜਾਂਦੇ। ਜਿੰਨਾ ਵੀ ਪੋਜ਼ਿਟਿਵ ਹੋਣਾ, ਇਸੇ ਦੀ ਅਸੀਂ ਬਹੁਤੀ ਡਿਟੇਲ ਤੇ ਨਾ ਜਾਈਏ, ਸਾਰਿਆਂ ਨੂੰ ਪਤਾ ਹੈ ਚੜ੍ਹਦੀਆਂ ਕਲਾ ਵਾਲੀ ਸੋਚ ਕੀ ਹੁੰਦੀ ਹੈ, ਪੋਜ਼ਿਟਿਵਿਟੀ ਕੀ ਹੁੰਦੀ ਹੈ। ਸੋ ਉਹ ਜਦੋਂ ਅਸੀਂ ਸੋਚਾਂਗੇ ਤਾਂ ਉਸੇ ਚੀਜ਼ ਨੂੰ ਅਸੀਂ ਅਟਰੈਕਟ ਕਰਾਂਗੇ। ਇਸ ਕਰਕੇ ਹਰ ਹਾਲਾਤ, ਹਰ ਪਰਿਸਥਿਤੀ ਵਿੱਚ ਪੋਜ਼ਿਟਿਵ ਹੀ ਸੋਚੋ। ਮੰਨ ਲਓ ਇਹ ਰਿਸਰਚਰਸ ਕਹਿੰਦੀਆਂ ਨੇ ਵੀ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ ਅਗਰ ਤੁਸੀਂ ਮੈਡੀਟੇਸ਼ਨ ਕਰਦੇ ਹੋ, ਬੰਦਗੀ ਕਰਦੇ ਹੋ। ਜ਼ਰੂਰ ਆਉਣਗੇ।
ਇਤਿਹਾਸ ਹੁਣੇ ਅਸੀਂ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਹਾਂ, ਜਿੰਨੀਆਂ ਮੁਸੀਬਤਾਂ, ਜਿੰਨਾ ਸਾਰਾ ਕੁਛ ਆਇਆ, ਪਰ ਚੜ੍ਹਦੀਆਂ ਕਲਾਂ ਵਿੱਚ ਰਹੇ। ਕੀ ਹੁੰਦਾ ਹੈ ਫਿਰ, ਇਤਨਾ ਅੰਦਰ ਬਲ ਆ ਜਾਂਦਾ ਹੈ, ਇਤਨੀ ਸ਼ਕਤੀ ਆ ਜਾਂਦੀ ਹੈ, ਤੇ ਉਹ ਜਿਹੜੇ ਨੇ ਉਹ ਹਾਲਾਤ, ਪਰਿਸਥਿਤੀਆਂ ਉਹਨਾਂ ਨੂੰ, ਉਹਨਾਂ ਦੇ ਅੱਗੇ ਛੋਟੇ ਪੈ ਜਾਂਦੇ ਨੇ। ਇਹ ਮੈਡੀਟੇਸ਼ਨ ਦਾ ਬਲ ਹੈ, ਇਹ ਨਾਮ ਜਪਣ ਦਾ ਬਲ ਹੈ, ਇਹ ਇਤਨੀ ਤਾਕਤ ਹੈ। ਸੋ ਇਹ ਸਾਰਿਆਂ ਦੀ ਜ਼ਿੰਦਗੀ ਵਿੱਚ ਆਣੇ ਨੇ ਜਿਹੜੇ ਚੈਲੰਜ, ਇੱਕ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਆਣੇ ਨੇ ਸਭ ਦੇ। ਚੈਲੰਜਸ ਆਉਂਦੇ ਰਹਿਣਗੇ, ਲੇਕਿਨ ਬਲ ਇਤਨਾ ਪ੍ਰਬਲ ਬਲ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਹ ਬਹੁਤ ਛੋਟੇ ਲੱਗਦੇ ਨੇ, ਉਹਨੂੰ ਫੇਸ ਕਰਕੇ ਅੱਗੇ ਨਿਕਲ ਜਾਂਦੇ ਨੇ। ਤੋ ਇਸ ਕਰਕੇ ਹਰ ਵੇਲੇ ਪੋਜ਼ਿਟਿਵ ਹੀ ਸੋਚਣਾ, ਚੜ੍ਹਦੀਆਂ ਕਲਾ ਵਾਲਾ ਸੋਚਣਾ। ਜੋ ਵੀ ਹੋਇਆ ਹੈ, ਇੱਕ ਤਾਂ ਇਹਦੇ ਵਿੱਚ ਮੇਰੇ ਲਈ ਕੋਈ ਲੈਸਨਸ ਨੇ, ਜੋ ਵੀ ਘਟਨਾ ਜਿਹੜੀ ਆਈ। ਦੂਸਰਾ, ਇਹ ਟੈਸਟ ਪੇਪਰ ਹੈ ਕਿ ਹੁਣੇ ਹੀ ਮੌਕਾ ਹੈ ਵੀ ਹੁਣ ਪਤਾ ਚੱਲੇ ਵੀ ਜਿਹੜਾ ਬਾਣੀ ਪੜ੍ਹਿਆ, ਨਾਮ ਜਪਿਆ, ਜੋ ਗੁਰੂ ਦਾ ਗਿਆਨ ਲਿਆ, ਉਹਦਾ ਮੇਰੇ ਜੀਵਨ ਵਿੱਚ ਕੀ ਅਸਰ ਹੈ। ਪੜ੍ਹਤਾ ਸੀ ਲਿਆ, ਕੀਰਤਨ ਕਰਕੇ ਤੇਰਾ ਕੀਆ ਮੀਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਫਿਰ ਉਦੋਂ ਪਤਾ ਲੱਗਦਾ ਹੈ। ਫਿਰ ਜਦੋਂ ਨਹੀਂ, ਅਸੀਂ ਇੰਨੇ ਸਮਰੱਥ ਨਹੀਂ, ਫਿਰ ਅਰਦਾਸ ਬੇਨਤੀ ਕਿ ਮਹਾਰਾਜ ਜੀ, ਜੋ ਵੀ ਹੁਣ ਸਮਾਂ ਬਣਿਆ ਹੈ, ਸਾਨੂੰ ਬਲ ਬਖਸ਼ੋ, ਤੁਹਾਡੀ ਰਜ਼ਾ ਵਿੱਚ ਰਾਜੀ ਰਹਿ ਕੇ ਫਿਰ ਇਸ ਸਮੱਸਿਆ ਦਾ ਅਸੀਂ ਹੱਲ ਕਰੀਏ, ਨਾ ਕਿ ਰੱਬ ਨੂੰ ਕੋਈ ਲਾਮੇ, ਕੋਈ ਸ਼ਿਕਾਇਤਾਂ ਇਸ ਤਰ੍ਹਾਂ ਨੇ। ਫਿਰ ਚੜ੍ਹਦੀਆਂ ਕਲਾ ਵਾਲੀ ਸੋਚ ਰਹੇਗੀ। ਬਲ ਮੰਗੋ, ਅਰਦਾਸ ਕਰੋ, ਨਾਮ ਜਪੋ, ਬੇਨਤੀ ਕਰੋ। ਤੇ ਅਗਲਾ ਜਿਹੜਾ ਹੈ ਹੈਪੀ ਲਿਵਿੰਗ ਟਿਪਸ, ਇਹ ਸਾਰੇ ਸੰਗਤ ਜੀ ਸ਼੍ਰੀ ਗੁਰੂ ਨਾਨਕ ਮਿਸ਼ਨ ਦਾ ਜੋ ਕੈਂਪ ਲੱਗਦਾ ਹੈ 7 ਦਿਨਾਂ ਦਾ, ਉਹਦੇ ਵਿੱਚ ਡਿਟੇਲ ਵਿੱਚ ਇਹਦੇ ਉੱਤੇ ਵਿਚਾਰਾਂ ਗੁਰੂ ਮਹਾਰਾਜ ਜੀ ਸਾਨੂੰ ਕਰਵਾਉਂਦੇ ਨੇ। ਅੱਜ ਅਸੀਂ ਵਿਚਾਰਾਂ ਕਰ ਲਈਏ ਥੋੜੀਆਂ ਥੋੜੀਆਂ। ਅਗਲਾ ਹੈਗਾ ਲਿਵਿੰਗ ਇਜ਼ ਗਿਵਿੰਗ, ਵੰਡਣਾ ਹੀ ਜੀਵਨ ਹੋ ਜਾਵੇ, ਖੁਸ਼ ਰਹੋਗੇ। ਹੁਣ ਜਿੱਦਾਂ ਇਹ ਦੱਸੋ ਵੀ ਜਿਹੜਾ ਵੰਡਦਾ ਹੈ ਉਹ ਖੁਸ਼ ਹੁੰਦਾ ਹੈ ਕਿ ਜਿਹੜਾ ਕੁਝ ਤੋਂ ਮੰਗਦਾ ਹੈ ਉਹ ਖੁਸ਼ ਹੁੰਦਾ ਹੈ? ਵੰਡਣ ਵਾਲਾ। ਔਰ ਕਮਾਲ ਇਹ ਹੈ, ਜਿਹੜਾ ਵੰਡੀ ਜਾਂਦਾ ਉਸ ਨੂੰ ਹੋਰ ਆਈ ਜਾਂਦਾ, ਉਹ ਘਾਟੇ ਪੈਂਦੇ ਹੀ ਨਹੀਂ, ਉਹਦੇ ਖਜ਼ਾਨੇ ਵਧੀ ਜਾਂਦੇ ਨੇ। ਸੋ ਹੁਣ ਗੁਰਬਾਣੀ ਵਿੱਚ ਮਹਾਰਾਜ ਨੇ ਕੀ ਕਿਹਾ? ਘਾਲ ਖਾਏ ਕੇ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਪਣੀ ਘਾਲਣਾ ਕਰਕੇ, ਆਪਣੀ ਮਿਹਨਤ ਕਰਕੇ, ਕਿਰਤ ਕਮਾਈਆਂ ਕਰਕੇ, ਜਿਹੜਾ ਹੱਥਾਂ ਨਾਲ ਫਿਰ ਕੁਝ ਵੰਡਦਾ ਹੈ, ਉਹਦੇ ਵਿੱਚੋਂ ਮਤਲਬ ਦਸਵੰਧ ਕੱਢੀ ਜਾਂਦਾ ਹੈ, ਉਹਨੇ ਤਾਂ ਅਸਲੀ ਰਾਹ ਹੀ ਪਛਾਣ ਲਿਆ ਜ਼ਿੰਦਗੀ ਜਿਉਣ ਦਾ, ਸੱਚ ਤੇ ਜਾਣ ਦਾ ਰਾਹ ਪਛਾਣ ਲਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹੋਰ ਬਚਨ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਜਿਹੜਾ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਪੁੰਨ ਦਾਨ ਕਰ ਦਿੰਦਾ ਹੈ, ਉਹ ਤਾਂ ਗ੍ਰਸਤੀ ਗੰਗਾ ਦੇ ਨੀਰ ਵਰਗਾ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਵੰਡਣ ਦੇ ਨਾਲ ਫਲ ਕੀ ਨੇ? ਗੁਰੂ ਅਰਜਨ ਦੇਵ ਜੀ ਨੇ ਜੋ ਵਚਨ ਕਹੇ ਨੇ, ਜਿਹੜਾ ਸਿੱਖ ਦਸਵੰਧ ਕੱਢੇਗਾ, ਉਸਦੇ ਘਰ ਦੇ ਕਲ, ਕਲੇਸ਼, ਰੋਗ, ਕਸ਼ਟ, ਵਿਘਨ ਗੁਰੂ ਲੈ ਜਾਏਗਾ। ਫਿਰ ਗੁਰੂ ਦੇਵੇਗਾ ਕੀ? ਗੁਰੂ ਦੇਵੇਗਾ ਸੁਖ, ਸ਼ਾਂਤੀ, ਖੁਸ਼ੀਆਂ, ਖੇੜੇ, ਬਰਕਤਾਂ, ਸਮਰਿੱਧੀ, ਔਰ ਉਸਦੇ ਹਰ ਕਾਰਜ ਵਿੱਚ ਗੁਰੂ ਸਹਾਈ ਹੋਵੇਗਾ। ਸੋ ਵੰਡਣ ਦਾ ਭਾਵ ਹੋਵੇ। ਹੋ ਸਕਦਾ ਸਾਡੇ ਕੋਲ ਪੈਸਾ ਨਾ ਹੋਵੇ, ਕੀ ਅਸੀਂ ਵੰਡ ਨਹੀਂ ਸਕਦੇ? ਬੜਾ ਕੁਛ ਪਰਮਾਤਮਾ ਨੇ ਸਾਨੂੰ ਦਿੱਤਾ। ਇੱਕ ਬਿਗ ਸਮਾਈਲ ਹੀ ਵੰਡ ਦਿਓ, ਮੁਸਕਰਾਓ ਸਾਰੇ ਜਾਣੇ। ਕੋਈ ਪੈਸਾ ਖਰਚਿਆ, ਕਿਤੇ ਜਾਣਾ ਪਿਆ? ਮਿੱਠੇ ਬੋਲ ਹੀ ਵੰਡ ਦਿਓ, ਕਿਸੇ ਰੋਂਦੇ ਨੂੰ ਹਸਾ ਦਿਓ, ਕਿਸੇ ਟੁੱਟੇ ਨੂੰ ਜੋੜ ਦਿਓ, ਇਹ ਵੰਡਣਾ ਹੀ ਹੋ ਗਿਆ। ਤੁਹਾਡੇ ਕੋਲ ਕਿੰਨੀਆਂ ਕੁਆਲਿਟੀਆਂ ਨੇ, ਆਪਣੇ ਸ਼ੁਭ ਗੁਣਾਂ ਨੂੰ ਵੰਡ ਦਿਓ। ਆਪਣਾ ਕੁਝ ਸਮਾਂ, ਕੁਝ ਪਾਵਰ, ਕੋਈ ਸ਼ਕਤੀ, ਕੋਈ ਗੁਣ, ਇਹ ਵੰਡ ਦਿਓ, ਵਾਪਸ ਆਏਗਾ। ਅੱਛਾ ਵੰਡੋਗੇ ਅੱਛਾ ਆਏਗਾ, ਬੁਰਾ ਵੰਡੋਗੇ ਬੁਰਾ ਆਏਗਾ। ਬਸ ਇਹ ਧਿਆਨ ਰੱਖਿਓ ਵੰਡਣ ਵੇਲੇ। ਸੋਚ ਦੁਆਰਾ ਵੀ ਵੰਡ ਰਹੇ ਹਾਂ, ਸ਼ਬਦਾਂ ਦੁਆਰਾ ਵੀ ਵੰਡ ਰਹੇ ਹਾਂ, ਐਕਸ਼ਨ ਦੇ ਥਰੂ ਵੀ ਵੰਡ ਰਹੇ ਹਾਂ, ਇਹ ਧਿਆਨ ਰੱਖਿਓ। ਸੋ ਹੁਣ ਬੜਾ ਸੁੰਦਰ ਸੰਗਤ ਜੀ, ਆਪ ਜੀ ਵਚਨ ਸੁਣਿਓ ਜਰਾ। ਅਗਰ ਤੁਹਾਡੇ ਚੰਦ ਮਿੱਠੇ ਬੋਲਾਂ ਦੇ ਨਾਲ ਕਿਸੇ ਦਾ ਖੂਨ ਵੱਧਦਾ ਹੈ, ਇਹ ਰਕਤਦਾਨ ਹੈ। ਇੱਕ ਤਾਂ ਅਸੀਂ ਵੈਸੇ ਉਹ ਲਗਾ ਕੇ ਦੇਈਦਾ ਨਾ ਕਿਸੇ ਨੂੰ ਖੂਨਦਾਨ, ਮਿੱਠੇ ਸ਼ਬਦ ਘਰ 'ਚ ਵੀ ਬੋਲਿਆ ਕਰੋ, ਸਰਕਲ ਵਿੱਚ ਵੀ, ਤਾਂ ਕਿਸੇ ਇਹ ਰਕਤਦਾਨ ਹੈ। ਅਗਰ ਕਿਸੇ ਦੀ ਪਿੱਠ ਥੱਪਤ ਪਾਉਣ ਦੇ ਨਾਲ ਕਿਸੇ ਦੀ ਥਕਾਵਟ ਦੂਰ ਹੁੰਦੀ ਹੈ, ਤਾਂ ਇਹ ਸ਼ਰਮਦਾਨ ਹੈ।
अगर हुण लेडीज जरूर सुणियो, सारे जेंट्स भी सुनो, बच्चे भी सुनो, बच्चे बड़े सारे, जदों प्लेट में तुसी खाना पाउंदे हो उतना ही परोसते हो जितना तुसी खाना है, वेस्ट नहीं करते। अन्नदान है। जदों तुसी वेस्ट किया समझ लो किसी के हिस्से का तुसी खराब कर दिता। इसकी बड़ी डिटेल है, फिर कभी इस टॉपिक के उत्ते विचारा करांगे संगत जी। इन्हां चीज़ों असीं समझ नहीं पाते, असीं कहंदे मैं कमाया मैं डोल दिता, मैं च रह गए। वड्डे परिवार दे असीं हिस्से हैं, बहुत वड्डा परिवार है साडा, छोटा नहीं। सर्वत्र तुसीं रज रज के खाओ जिन्नी जरूरत है, वेस्ट ना करो। सो अगला हैप्पी लिविंग टिप्स संगत जी, एटीट्यूड ऑफ ग्रेटिट्यूड, शुकराना करना। जो जीवन विच मिलिया है परमात्मा दी दित्तियां दातां दा शुकराना करना तुसीं शुरू कर दिओ, तुसीं हैरान रह जाओगे। तुहाडे भंडारे तुहाडी बरकतां तुहाडे पास आउणियां शुरू हो जाणगीਆਂ। बरकतां कल्ला पैसे नूं ना सोच लिओ, हर तरह की बरकत समृद्धि बहुत रूपां विच है। कितने रूप ने इसके। तंदुरुस्ती भी बरकत विच आउंदी है, कारज सफले होने भी बरकत विच ही आउंदा है। सो शुकराना करना शुरू करो। ये रिसर्चेस की कहंदियां ने, ये कहंदे ने ग्रेटिट्यूड एक हायर फ्रीक्वेंसी वर्ड है। जो शुकराना तुसीं बोलदे हो ना, परमात्मा तेरा शुक्र है, जिस भी चीज ये हाई फ्रीक्वेंसी के उत्ते तुसीं वाइब्रेट करन लग जांदे हो। और जिसकी जिहड़ा हाई फ्रीक्वेंसी ते वाइब्रेट करता है वो शुभ नूं ही अपने जीवन में अट्रैक्ट कर रहा है। साइंस के अपने तरीके ने सानू समझाते। फिर ये कहते ने कि जो तुम थैंक यू बोलते हो, शुकराना करते हो, तो चारों तरफ एक पॉजिटिव जिहड़ा ऑरा तुहाडा बनना शुरू हो जाता है। इत्थों तक साइंस कह रही है कि जिहड़ा थैंक यू वर्ड है ये तुहानू मैगनेट बना के रख दिंदा है। बनना है मैगनेट, हाले तो कोई नेड़े नहीं लगता साडे। सो सारे तुहाडे कोल बैठना चाहणगे, तुहानू सुनना चाहणगे और तुहाडे कोलों तुहानू पता भी नहीं चलना, उसनू बहुत कुछ मिल जाता है। तुहाडी चुप विच भी, तुहाडी साइलेंस विच भी उसनू कुछ मिलण लग जाता है जो तुसीं शुकराने विच रहिंदे हो। गुरबाणी तां नित नित शुकराना करना सिखांदी सानू। गुरु अर्जन देव जी की बाणी पढ़ते नहीं असीं सुखमनी साहब, जे प्रसाद सती अमृत खाहे तिस ठाकुर को रख मन माहे, जे प्रसाद सुगंधन तन लावे तिसको सिमरत परम गत पावे। सो बहुत डिटेल विच ना जाइए, तुसीं प्रेमी हो रोज दे पढ़न वाले। ਅਸੀਂ पढ़ते हैं बाणी, महाराज होर दे दो, होर दे दो। महाराज कहने देख तैनूं किन्ना दिता परमात्मा ने। संसार का कोई वस्त पदार्थ है ही नहीं जिस दे उत्ते साडी ना दृष्टि पाई होवे भी तैनूं सारा कुछ परमात्मा ने दिता। तू शुकराने दे भाव विच आ जा, होर आना शुरू हो जाना। तू कंप्लेंट्स करनियां शुरू कर दे, तू नैगेटिव हो जा, तेरियां बरकतां जाण लग जाणगियां। ये रिसर्चर्स भी कह रही ने संगत जी। सो शिकायत हुण ये दसो, जिहड़ा उलंभे दिंदा है रब नूं जां शिकायतां करदा है वो खुश रहेगा कि जिहड़ा शुकराना करदा है वो खुश रहेगा? तुसीं फिर कंप्लेंट्स करोगे कि ग्रेटिट्यूड, शुकराना? संगतां कह रही ने शुकराना। बिल्कुल, दो दो हाथ जोड़ जोड़ के कह रही ने शुकराना। कमाल करके है शुकराना। रोज बोल बोल के कहा करो, बच्चों को भी सिखाया करो फैमिली विच। काउंटलैस ब्लैसिंग ने सानू दित्तियां होईयां परमात्मा ने। शुकराने वाल देखांगे, होर शुकराने लिए बन जावांगे। ये इन्ना इन्हां ने दस दिता, कहंदे ने शुकराना तां अबंडेंस लैके आ जांदा है तुहाडे जीवन दे विच। When you say the word thank you to God, abundance will happen. यूनिवर्सिटी दी रिसर्चर्स कह रही हैं, ये लिख लो अपने हिरदे दे उत्ते। शुकराना जिन्ना करांगे उन्ना abundance abundance abundance।
ਸੋ ਗ੍ਰੈਟੀਟਿਊਡ ਇਹ ਕਹਿੰਦੇ ਨੇ ਇਹ ਐਂਟੀ ਟੌਕਸਿਨ ਹੈ, ਐਂਟੀਸੈਪਟਿਕ ਹੈ, ਸਾਡੀਆਂ ਸਾਰੀਆਂ ਜ਼ਹਿਰਾਂ ਮੈਲਾਂ ਨੂੰ ਬਾਹਰ ਕੱਢ ਕੇ ਰੱਖ ਦਿੰਦਾ ਹੈ ਅੰਦਰੋਂ, ਜਿਹੜਾ ਸ਼ੁਕਰਾਨਾ ਹੈ। ਔਰ ਮਹਾਤਮਾ ਲੋਕ ਬੰਦਗੀ ਵਾਲੀਆਂ ਰੂਹਾਂ ਕੀ ਕਹਿੰਦੀਆਂ ਨੇ? ਇਹ ਕਹਿੰਦੀਆਂ ਨੇ ਜਿਹੜਾ ਸ਼ੁਕਰਾਨੇ ਵਿੱਚ ਹੈ ਉਹਦੇ ਕੋਲ ਤਾਂ ਰੱਬ ਹੈ, ਉਹਦੇ ਕੋਲ ਤਾਂ ਖੁਦਾ ਹੈ, ਉਹਦੇ ਕੋਲ ਤਾਂ ਪਰਮਾਤਮਾ ਹੈ। ਹੋਰ ਸੰਗਤ ਜੀ, ਜਿਹੜਾ ਹੈ ਆਪਣੇ ਸ਼ਬਦਾਂ ਦਾ ਪੋਲਾਈਟਨੈਸ ਐਂਡ ਸੌਫਟ ਸਪੋਕਨ, ਮਿੱਠੇ ਸ਼ਬਦ ਬੋਲੀਏ, ਸੁਖਦਾਈ ਸ਼ਬਦ ਬੋਲੀਏ, ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ? ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਔਰ ਦੂਸਰੇ ਨੂੰ ਫਿੱਕਾ ਕੌੜਾ ਜਦੋਂ ਅਸੀਂ ਬੋਲਦੇ ਹਾਂ ਨਾ, ਤੁਸੀਂ ਨੋਟ ਕਰਿਓ ਚੀਜ਼, ਪਹਿਲਾਂ ਤੁਸੀਂ ਖੁਦ ਅਸ਼ਾਂਤ ਦੁਖੀ ਹੁੰਦੇ ਹੋ ਤਾਂ ਬੋਲਦੇ। ਜਿਹੜਾ ਅੰਦਰੋਂ ਖੁਸ਼ ਹੈ ਉਹ ਕੋਈ ਗੰਦੇ ਸ਼ਬਦ ਬੋਲੇਗਾ ਕਿਸੇ ਨੂੰ? ਕੌੜੇ ਸ਼ਬਦ ਬੋਲ ਪਾਏਗਾ? ਹੁਣ ਇਸ ਦਾ ਮਤਲਬ ਇਹ ਨਾ ਲਿਓ ਵੀ ਫਿਰ ਤਾਂ ਅਸੀਂ ਬੱਚੇ ਨੂੰ ਕੋਈ ਤਾੜਨਾ ਵੀ ਨਹੀਂ ਕਰਨੀ, ਕੋਈ ਸਮਝਾਉਣਾ ਵੀ ਨਹੀਂ, ਇਹਨੂੰ ਇਸ ਤਰ੍ਹਾਂ ਨਾ ਲਿਓ। ਮੋਸਟ ਆਫ ਦਾ ਟਾਈਮ ਉਹ ਦੇਖਿਆ ਕਰੋ ਤੁਹਾਡੀ ਸ਼ਬਦ ਕਿਹੋ ਜਿਹੇ ਤੁਸੀਂ ਬੋਲਦੇ ਹੋ। ਮਹਾਰਾਜ ਜੀ ਕਹਿੰਦੇ ਨੇ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਜਿਹੜੇ ਆਪਣੇ ਰਸਨਾ ਤੋਂ ਫਿੱਕਾ ਬੋਲਦੇ ਨੇ ਉਹ ਨਿਤ ਨਿਤ ਖੁਆਰ ਹੁੰਦੇ ਨੇ। ਤਾਂ ਧਿਆਨ ਰੱਖੀਏ ਆਪਣੇ ਸ਼ਬਦਾਂ ਦਾ। ਹੁਣ ਗੁਰੂ ਮਹਾਰਾਜ ਨੇ ਅਗਲੀ ਗੱਲ ਸਾਨੂੰ ਸਮਝਾ ਦਿੱਤੀ, ਕਹਿੰਦੇ ਉਹਨਾਂ ਨੂੰ ਪੁੱਛੋ ਜਿਹੜੀਆਂ ਪਰਮਾਤਮਾ ਦੇ ਨਾਲ ਮਿਲ ਗਈਆਂ ਰੂਹਾਂ, ਸੁਹਾਗਣਾ ਹੋ ਗਈਆਂ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਹੋ ਜਿਹੀਆਂ ਬੋਲੀਆਂ ਸੀ? ਪਰਮਾਤਮਾ ਦੇ ਵਿੱਚ ਹੀ ਤੁਸੀਂ ਮਰਜ ਹੋ ਗਈਆਂ, ਉਹਦੀਆਂ ਪਿਆਰੀਆਂ ਹੀ ਬਣ ਗਈਆਂ। ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ। ਮਾਰੇ ਕਹਿੰਦੇ ਪੁੱਛੋ ਸੁਹਾਗਣਾ ਨੂੰ ਤੁਸੀਂ ਕਿਹੜੇ ਗੁਣਾਂ ਦੇ ਨਾਲ ਪਰਮਾਤਮਾ ਨੂੰ ਪਾ ਲਿਆ? ਉਹ ਕਹਿੰਦੀਆਂ ਸਹਿਜ ਸੰਤੋਖ ਸਿਗਾਰਿਆ ਮਿੱਠਾ ਬੋਲਣੀ। ਅਸੀਂ ਸਹਿਜ ਭਾਵ ਵਿੱਚ ਰਹੀਆਂ, ਸਬਰ ਸੰਤੋਖ ਵਿੱਚ ਰਹੀਆਂ। ਆ ਜਿਹੜੇ ਪਿਛਲੇ ਟਿਪਸ ਅਸੀਂ ਲਏ ਨੇ ਨਾਲ ਮੈਡੀਟੇਸ਼ਨ ਵਿੱਚੋਂ ਜਿਹੜੇ ਆਟੋਮੈਟਿਕਲੀ ਆ ਜਾਂਦੇ ਨੇ, ਤੇ ਅਸੀਂ ਮਿੱਠੇ ਮਿੱਠੇ ਬੋਲ ਬੋਲੇ, ਅਸੀਂ ਨਹੀਂ ਕੌੜਾ ਬੋਲਿਆ। ਹੁਣ ਇਹ ਦੱਸੋ ਵੀ ਜਿਹੜਾ ਕੌੜਾ ਬੋਲਦਾ ਹੈ, ਫਿੱਕਾ ਬੋਲਦਾ ਹੈ, ਉਹ ਖੁਸ਼ ਹੋਵੇਗਾ ਕਿ ਜਿਹੜਾ ਮਿੱਠਾ ਬੋਲਦਾ ਹੈ ਉਹ ਖੁਸ਼ ਹੋਵੇਗਾ? ਸੰਗਤ ਜੀ ਹੁਣ ਨਵੇਂ ਸਾਲ 'ਚ ਖੁਸ਼ ਰਹਿਣਾ ਹੈ। ਹਾਂ ਬਸ ਫਿਰ ਹੁਣ ਧਿਆਨ ਰੱਖਣਾ ਅਸੀਂ ਕਿਹੋ ਜਿਹਾ ਬੋਲਣਾ। ਸੋ ਪਰਿਵਾਰ ਵਿੱਚ ਇੱਕ ਦੂਸਰੇ ਦੀ ਹੈਲਪ ਕਰਿਓ। ਜੇ ਲੱਗਿਆ ਕਿਸੇ ਨੂੰ ਤੇ ਕਹਿਣਾ ਵੀ ਅਸੀਂ ਤਾਂ ਖੁਸ਼ ਰਹਿਣਾ ਹੈ ਸਾਰੇ ਜਣੇ ਮਿਲ ਕੇ, ਤਾਂ ਕਿ ਟੌਂਟ ਨਹੀਂ ਕਿਸੇ ਨੂੰ ਲਗਾਣੀ, ਤਾਂ ਕਿ ਅਸੀਂ ਮਿਲ ਕੇ ਸਾਰੇ ਇੱਕ ਦੂਸਰੇ ਨੂੰ ਸਾਥੀ ਬਣ ਕੇ ਇੰਪਰੂਵ ਕਰੀਏ ਆਪਣੇ ਆਪ ਨੂੰ। ਅਗਲਾ ਹੈ हैप्पी लिविंग टिप्स जो है फॉरगिवनेस, माफ कर देना, माफी मंग भी ਲੈਣੀ। ਇਹਦਾ ਗੁਰਬਾਣੀ ਦੇ ਵਿੱਚ ਬੇਅੰਤ ਪੰਕਤੀਆਂ ਨੇ। ਅਸੀਂ ਫॉरगिवनेस ਦਾ ਜਿਹੜਾ ਟੌਪਿਕ ਸਾਡਾ ਬਣਿਆ ਹੋਇਆ ਉਹ ਤੁਸੀਂ ਦੁਬਾਰਾ ਸੁਣ ਲਿਓ ਇੱਕ ਵਾਰ। ਗ੍ਰੈਟੀਟਿਊਡ ਵਾਲਾ ਜ਼ਰੂਰ ਸੁਣਿਓ, ਬਾਰ-ਬਾਰ ਸੁਣ ਲਿਆ ਕਰੋ ਮਹੀਨੇ 'ਚ ਇੱਕ ਅੱਧੀ ਵਾਰ। ਫਿਰ ਦੇਖੂਗਾ ਤੁਸੀਂ ਇੱਕਦਮ ਸ਼ੁਕਰਾਨਾ ਕਰਨ ਨੂੰ ਤੁਹਾਡਾ ਮਨ ਹੋਣਾ ਸ਼ੁਰੂ ਹੋ ਜਾਏਗਾ। ਫॉरगिवनेस ਵਾਲਾ ਵੀ ਸੁਣ ਲਿਆ ਕਰੋ ਜਦੋਂ ਅੰਦਰ ਕਿਸੇ ਦੇ ਲਈ ਨੈਗੇਟਿਵਿਟੀ ਚੱਲੇ ਕੋਈ, ਤਾਂ ਫਾਇਦੇ ਫਿਰ ਬੜੇ ਸਮਝ ਆਉਂਦੇ ਨੇ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਬਕੇ ਨਾ ਬੋਲੇ, ਖਿਮਾ ਤਨ ਸੰਗ੍ਰਹਿ, ਤਾਮਸ ਨਾਮ ਜਲਾਏ, ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ। ਮਹਾਰਾਜ ਕਹਿੰਦੇ ਚਾਹੇ ਜੋਗੀ ਹੈ ਕੋਈ, ਜੋਗੀਆਂ ਨੇ ਵੀ ਗਿਆਨ ਦੇ ਦਿੱਤਾ, ਚਾਹੇ ਕੋਈ ਸੰਨਿਆਸੀ ਹੈ, ਚਾਹੇ ਕੋਈ ਗ੍ਰਸਤੀ ਹੈ, ਅਗਰ ਉਹ ਮਾਫ ਕਰ ਦਿੰਦਾ ਹੈ ਔਰ ਬੋਲਦਾ ਨਹੀਂ ਕਿਸੇ ਨੂੰ ਫਿਰ ਅਨਾਪ ਸ਼ਨਾਪ, ਜਦੋਂ ਨਹੀਂ ਮਾਫ ਕਰਦੇ ਸੀ ਕਿੰਨਾ ਬੋਲਦੇ ਆ, ਚਾਹੇ ਘਰ 'ਚ ਹੀ ਉਹਦੇ ਪਿੱਛੇ ਬੋਲੀ ਜਾਈਏ, ਚਾਹੇ ਉਹਦੇ ਸਾਹਮਣੇ ਜਾ ਕੇ ਬੋਲ ਦਈਏ। ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਨਹੀਂ ਕਰਦਾ ਔਰ ਜਿਹੜਾ ਮਾਫ ਕਰ ਦਿੰਦਾ ਹੈ, ਔਰ ਜਿਹੜੀ ਅੰਦਰ ਨੈਗੇਟਿਵਿਟੀ ਇਕੱਠੀ ਹੋ ਗਈ ਸੀ ਕਿਸੇ ਦੇ ਮਾੜੇ ਬਿਹੇਵੀਅਰ ਦੇ ਨਾਲ, ਉਹਨੂੰ ਨਾਮ ਦੇ ਵਿੱਚ ਜਲਾ ਦਿੰਦਾ, ਇਸ ਮੈਲ ਨੂੰ, ਤਾਮਸ ਨੂੰ, ਇਸ ਕਾਲਸ ਨੂੰ। ਤਾਮਸ ਨਾਮ ਜਲਾਏ, ਧਨ ਗਿਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ। ਮਹਾਰਾਜ ਕਹਿੰਦੇ ਚਾਹੇ ਗ੍ਰਸਤੀ ਹੈ, ਚਾਹੇ ਜੋਗੀ ਹੈ, ਚਾਹੇ ਸੰਨਿਆਸੀ ਹੈ, ਉਹ ਤਾਂ ਧਨ ਹੈ, ਧਨ ਹੈ, ਧਨ ਹੈ। ਬਾਬਾ ਕਬੀਰ ਜੀ ਨੂੰ ਪੁੱਛੋ, ਉਹ ਕਹਿੰਦੇ ਕਬੀਰਾ ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ ਹੈ ਨਾ, ਧਰਮ ਉੱਥੋਂ ਸ਼ੁਰੂ ਹੁੰਦਾ ਹੈ। ਔਰ ਜਹਾਂ ਝੂਠ ਤਹ ਪਾਪ, ਜਿਹੜਾ ਬੰਦਾ ਝੂਠ ਬੋਲਦਾ ਹੈ ਸਮਝ ਲਓ ਪਾਪ ਕਰ ਰਿਹਾ ਹੈ, पाप कमा रहा है, मैल जमा कर रहा है अपने। जहां लोभ तह काल है, जहां खिमा तह आप।
जिथे माफी उत्थे तो खुद परमात्मा है। हुण संगत जी लेना किस तो बदला? करनियां ने परिवार विच बैठ के उन्हें ओ कीता ओ कीता ओ कीता, नहीं दिल ही नहीं करेगा। ਉਹੀ ਟਾਈਮ ਅਸੀਂ ਹਰੀ ਦੇ ਚਰਨਾਂ ਵਿੱਚ ਲਾ ਲਈਏ, ਵਾਹਿਗੁਰੂ ਨੂੰ ਯਾਦ ਕਰ ਲਈਏ, ਨਾਮ ਜਪ ਲਈਏ, ਕੋਈ ਸ਼ਬਦ ਪੜ੍ਹ ਲਈਏ, ਕੋਈ ਕੀਰਤਨ ਸੁਣ ਲਈਏ, ਕੋਈ ਕੀਰਤਨ ਕਰ ਲਈਏ, ਇਸ ਤਰ੍ਹਾਂ ਅਸੀਂ ਕਰਾਂਗੇ ਸੰਗਤ ਜੀ। ਸੋ ਅਗਲਾ ਜੋ ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ ਦੇ ਵਿੱਚੋਂ ਵੀ ਸਾਨੂੰ ਇਹ ਸਾਰੇ ਟਿਪਸ ਜਿਹੜੇ ਮਿਲਦੇ ਨੇ, ਟੌਪਿਕ ਸਾਡੇ ਬਣੇ ਹੋਏ ਨੇ ਆਪ ਜੀ ਸ਼੍ਰੀ ਗੁਰੂ ਨਾਨਕ ਮਿਸ਼ਨ ਵੱਲੋਂ YouTube ਚੈਨਲ ਦੇ ਉੱਤੇ ਜਿੰਨੇ ਵੀ ਟੌਪਿਕਸ ਨੇ ਉਹ ਸੁਣਿਓ, ਸਾਰੇ ਗੁਰਬਾਣੀ ਵਿੱਚੋਂ ਲਏ ਗਏ ਨੇ। ਤੋ ਅੱਜ ਦੀਆਂ ਜੋ ਰਿਸਰਚਰਸ ਕਹਿ ਰਹੀਆਂ ਨੇ, ਹੋਰ ਇਹ ਕਹਿ ਰਹੀਆਂ ਨੇ ਰਿਸਰਚਰਸ, ਤੁਸੀਂ ਐਪਰੀਸ਼ੀਏਟ ਕਰੋ ਦੂਸਰਿਆਂ ਨੂੰ। ਹੁਣ ਤੁਸੀਂ ਖੁਦ ਦੇਖੋ, ਅਗਰ ਤੁਹਾਨੂੰ ਕੋਈ ਐਪਰੀਸ਼ੀਏਟ ਕਰਦਾ ਹੈ ਸੰਗਤ ਜੀ, ਤੁਸੀਂ ਉਦੋਂ ਖੁਸ਼ ਹੁੰਦੇ ਹੋ ਕਿ ਦੁਖੀ ਹੁੰਦੇ ਹੋ? ਤੁਹਾਡੀ ਕੋਈ ਨੁਕਸਾਂ ਹੀ ਬਾਰ-ਬਾਰ ਕੱਢੀ ਜਾਵੇ, ਫਿਰ ਤੁਹਾਡਾ ਕੀ ਸਟੇਟ ਆਫ ਮਾਈਂਡ ਹੁੰਦਾ ਹੈ? ਬਸ ਇਹ ਦੂਸਰੇ ਦੇ ਲਈ ਦੇਖੋ, ਵੀ ਜੇ ਅਸੀਂ ਉਹਨੂੰ ਐਪਰੀਸ਼ੀਏਟ ਕਰਾਂਗੇ, ਖੁਸ਼ ਹੋਵੇਗਾ ਔਰ ਹੋਰ ਵਧੀਆ ਕਰੇਗਾ ਉਹ ਕੰਮ। ਚਾਹੇ ਬੱਚਾ, ਚਾਹੇ ਵੱਡਾ ਹੈ, ਚਾਹੇ ਕੋਈ ਵੀ ਹੈ। ਅਗਰ ਬਾਰ-ਬਾਰ ਅਸੀਂ ਉਹਦੀਆਂ ਨੁਕਸਾਂ ਕੱਢੀ ਜਾਈਏ, ਤਾਂ ਫਿਰ ਉਹਦੀ ਐਨਰਜੀ ਜਿਹੜੀ ਸ਼ਰਿੰਕ ਹੋਣ ਲੱਗ ਜਾਏਗੀ। ਔਰ ਐਪਰੀਸ਼ੀਏਟ ਕਰਨਾ ਤਾਂ ਕੋਈ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੱਖਿਆ। ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ, ਸਾਡਾ ਤਾਂ ਰੋਮ ਰੋਮ ਤੁਹਾਡਾ ਰਿਣੀ ਹੈ, ਰੋਮ ਰੋਮ ਰਿਣੀ ਹੈ, ਔਰ ਜਨਮ ਜਨਮ ਲੈ ਕੇ ਵੀ ਅਸੀਂ ਰਿਣ ਨਹੀਂ ਉਤਾਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਿੱਖਾਂ ਨੂੰ ਇੰਨਾ ਐਪਰੀਸ਼ੀਏਟ ਕਰ ਰਹੇ। ਸਾਰਾ ਉਹ ਤੁਸੀਂ ਸ਼ਬਦ ਪੜ੍ਹਿਓ ਮਹਾਰਾਜ ਦੀ ਬਾਣੀ ਦੇ ਵਿੱਚੋਂ, ਇੱਕੋ ਪੰਕਤੀ ਅਸੀਂ ਲਈਏ ਕਿਉਂਕਿ ਸਮਾਂ ਜਿਹੜਾ ਹੈ ਆਪਣਾ ਚੱਲ ਰਿਹਾ ਹੈ। ਤੋ ਮਹਾਰਾਜ ਜੀ ਕਹਿੰਦੇ ਨੇ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ। ਭਲਾ ਸਿੱਖਾਂ ਨੇ ਸਜਾਇਆ ਕਿਤੇ ਗੁਰੂ ਨੂੰ? ਗੁਰੂ ਤਾਂ ਤੁਰ ਦਰਗਾਹੋਂ ਗੁਰੂ ਹੈ। ਲੇਕਿਨ ਇਹ ਹੈ ਐਪਰੀਸ਼ੀਏਟ ਕਰਨਾ, ਵਡਿਆਈਆਂ ਦੇ ਦੇਣੀਆਂ ਦੂਸਰਿਆਂ ਨੂੰ, ਸਾਰਾ ਕ੍ਰੈਡਿਟ ਸਿੱਖਾਂ ਨੂੰ ਦੇ ਰਹੇ ਨੇ। ਇੰਨਾ ਕੋਈ ਐਪਰੀਸ਼ੀਏਟ ਕਰ ਸਕਦਾ? ਅਸੀਂ ਪਹਿਲਾਂ ਮੈਂ ਕਰਾਂਗੇ, ਮੈਂ ਦੇਖੋ ਮੈਂ ਮੜ ਜਿਹਾ ਕਿਸੇ ਦੀ ਵੀ ਗੱਲ ਕਰ ਦਾਂਗੇ। ਅੱਜ ਤੋਂ ਬਦਲਾਂਗੇ ਅਸੀਂ ਆਪਣੇ। ਮਾਰੇ ਕਹਿੰਦੇ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਨਹੀਂ ਤਾਂ ਮੋਸੋ ਗਰੀਬ ਕਰੋੜ ਪਰੇ। ਕਹਿੰਦੇ ਨਹੀਂ ਤਾਂ ਮੇਰੇ ਵਰਗੇ ਕਰੋੜਾਂ ਹੀ ਗਰੀਬ ਪਏ ਸੀ। ਇੰਨਾ ਆਪਣੇ ਆਪ ਨੂੰ ਨਿਮਰਤਾ ਵਿੱਚ ਲਿਆ ਕੇ ਔਰ ਸਿੱਖਾਂ ਨੂੰ ਇੰਨੀਆਂ ਵਡਿਆਈਆਂ। ਇਹ ਆਪਣੇ ਜਦੋਂ ਵੀ ਲੱਗੇ ਨਾ ਵੀ ਸਾਡੇ ਵਿੱਚ ਇਹ ਗੁਣ ਨਹੀਂ ਹੈ, ਹੀ ਨਹੀਂ ਐਕਚੁਅਲੀ ਸੰਗਤ ਜੀ, ਸਾਡੇ ਕਿਸੇ ਵਿੱਚ ਵੀ ਨਹੀਂ ਇਹ ਗੁਣ, ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਬੇਨਤੀਆਂ ਕਰਕੇ, ਮਹਾਰਾਜ ਜੀ ਸਾਨੂੰ ਐਪਰੀਸ਼ੀਏਟ ਕਰਨਾ ਸਿਖਾਓ। ਅਸੀਂ ਤਾਂ ਆਪਣੀ ਵਡਿਆਈਆਂ ਚਾਹੁੰਦੇ ਹਾਂ, ਸਾਡੀ ਕੋਈ ਤਾਰੀਫ ਕਰੀ ਜਾਵੇ। ਹੋਰ ਹੈਪੀ ਲਿਵਿੰਗ ਟਿਪਸ ਦੇ ਵਿੱਚੋਂ ਹੈ ਓਨੈਸਟੀ, ਇਮਾਨਦਾਰ ਹੋ ਜਾਣਾ। ਜਿਹੜਾ ਇਮਾਨਦਾਰ ਹੈ ਉਹਦੇ ਕੋਲ ਰੱਬ ਹੈ, ਬਿਨਾਂ ਕੁਛ ਉਹਨੂੰ ਹੋਰ ਉਹ ਕੀਤੇ ਹਰ ਕਰਮ ਵਿੱਚ ਇਮਾਨਦਾਰ। ਇਹ ਨਹੀਂ ਇਕੱਲਾ ਪੈਸਾ ਕਮਾਉਣ ਵਿੱਚ ਇਮਾਨਦਾਰ, ਹਰ ਰਿਸ਼ਤੇ ਵਿੱਚ ਇਮਾਨਦਾਰ, ਹਰ ਆਪਣੇ ਕਰਮ ਵਿੱਚ ਇਮਾਨਦਾਰ। ਅੱਛਾ ਸੰਗਤ ਜੀ, ਮੇਰੇ ਕੋਲ ਹੀਰਿਆਂ ਦੀ ਥੈਲੀ ਹੈ, ਬੜੇ ਬੇਸ਼ੁਮਾਰ ਕੀਮਤੀ ਨੇ, ਪੂਰੇ ਸੰਸਾਰ ਦੇ ਸਭ ਤੋਂ ਜ਼ਿਆਦਾ ਜਿਹੜੇ ਨੇ ਮਹਿੰਗੇ ਹੀਰਿਆਂ ਦੀ ਥੈਲੀ ਹੈ ਮੇਰੇ ਕੋਲ। ਇੱਥੇ 100 ਲੋਕ ਬੈਠੇ ਨੇ ਜਾਂ 1000 ਬੈਠੇ ਨੇ, ਤੇ ਮੈਂ ਉਹ ਹੀਰਿਆਂ ਦੀ ਥੈਲੀ ਕਿਹਨੂੰ ਫੜਾਵਾਂਗੀ? ਜਿਹੜਾ ਬੇਈਮਾਨ ਹੈ ਕਿ ਜਿਹੜਾ ਇਮਾਨਦਾਰ ਹੈ? ਇਮਾਨਦਾਰ ਹੈ। ਬਸ ਇਸੇ ਤਰ੍ਹਾਂ ਹੀ ਪਰਮਾਤਮਾ ਕੋਲ ਬੇਸ਼ੁਮਾਰ ਹੀਰਿਆਂ ਦੀ ਕੀਮਤੀ, ਆਹ ਸੰਸਾਰਿਕ ਹੀਰੇ ਨਹੀਂ, ਪਰਮਾਤਮਾ ਕੋਲ ਬੇਸ਼ੁਮਾਰ ਕੀਮਤੀ ਹੀਰਾ ਖੁਦ ਹੀ ਪਰਮਾਤਮਾ। ਉਹ ਫਿਰ ਕਿਹਦੇ ਭਾਂਡੇ ਵਿੱਚ ਪਰਮਾਤਮਾ ਉਹ ਪ੍ਰਗਟ ਕਰੇਗਾ? ਉਹ ਸਾਰਾ ਸ਼ਕਤੀਆਂ, ਉਹ ਬਲ, ਉਹ ਨਾਮ ਦੀ ਪਾਵਰ ਕਿਹਦੇ ਅੰਦਰ ਜਾਗਰਤ ਕਰੇਗਾ? ਬੇਈਮਾਨ, ਧੋਖੇਬਾਜ਼ ਕੋਲ ਉਹ ਤਾਂ ਸੰਸਾਰ ਦਾ ਨੁਕਸਾਨ ਕਰਦਾ ਹੈਗਾ। ਇਮਾਨਦਾਰ, ਜਿਹੜਾ ਸੱਚ ਪ੍ਰਗਟ ਇਮਾਨਦਾਰ ਦੇ ਅੰਦਰ ਹੁੰਦਾ ਹੈ। ਜੋ ਹੁਣ ਅੰਦਰ ਬੇਈਮਾਨੀਆਂ ਚੱਲ ਰਹੀਆਂ ਨੇ, ਛੱਡੋ ਅੱਜ ਹੀ, ਸਾਨੂੰ ਤਾਂ ਵਾਹਿਗੁਰੂ ਚਾਹੀਦਾ ਹੈ।
ਹੋਰ ਮੇਜਰ हैप्पी लिविंग टिप्स ਦੇ ਵਿੱਚੋਂ ਇੱਕ ਟਿਪ ਹੈ ਐਕਸਰਸਾਈਜ਼, ਜਿਹੜਾ ਕਿ ਸ਼੍ਰੀ ਗੁਰੂ ਨਾਨਕ ਮਿਸ਼ਨ ਵਿੱਚ ਡੇਲੀ ਕਰਵਾਈ ਜਾਂਦੀ ਹੈ। ਬੈਠਿਆ ਜਾਂਦਾ ਨਹੀਂ, ਕੀ ਕਰੋਗੇ ਨਾਮ ਜਪ ਕੇ, ਹੋਣਾ ਹੀ ਨਹੀਂ, ਜਪਿਆ ਨਹੀਂ ਜਾਣਾ। ਕਦੀ ਗੋਡਾ ਤੇ ਕਦੀ ਮੋਢਾ, ਕਦੀ ਢਿੱਡ ਫੜ ਲਓਗੇ, ਕਦੀ ਕੋਈ। ਸੋ ਇਹ ਜ਼ਰੂਰੀ ਹੈ, ਨਰਿਸ਼ ਕਰੋ ਆਪਣੇ ਆਪ। ਸਾਨੂੰ ਦਿੱਤਾ ਪਰਮਾਤਮਾ ਨੇ ਬੇਸ਼ੁਮਾਰ ਕੀਮਤੀ ਗਿਫਟ ਇਹ ਹਰਮੰਦਰ ਹੈ। ਹਰਮੰਦਰ ਜਿੱਦਾਂ ਮਰਜ਼ੀ ਹੋਵੇ ਰੋਗੀ, ਨੋ ਐਕਸਰਸਾਈਜ਼ ਡੇਲੀ ਕਰੋ। ਹਰਮੰਦਰ ਨੂੰ ਫਿਰ ਖਿਲਾਣਾ ਕੀ ਹੈ? ਹੈਲਥੀ ਡਾਈਟ। ਔਰ ਰਿਸਰਚਰਸ ਕਹਿੰਦੀਆਂ ਨੇ ਜਿਹੜੇ ਮੈਡੀਟੇਸ਼ਨ ਡੀਪ ਕਰਨ ਲੱਗ ਜਾਂਦੇ ਨੇ ਉਹ ਦੂਸਰਾ ਖਾ ਹੀ ਨਹੀਂ ਪਾਉਂਦੇ, ਉਹਨਾਂ ਦਾ ਅੰਦਰਲਾ ਮੰਗ ਹੀ ਨਹੀਂ ਕਰਦਾ। ਆਟੋਮੈਟਿਕਲੀ ਉਹ ਸਾਤਵਿਕ ਔਰ ਜੋ ਬਾਡੀ ਨੂੰ ਜ਼ਰੂਰਤ ਹੈ ਉਹੀ ਖਾਂਦੇ ਨੇ। ਫਿਰ ਜੀਭ ਦੇ ਸਵਾਦ ਛੁੱਟ ਜਾਂਦੇ ਨੇ ਨਾ। ਬੜੇ ਟਿਪਸ ਨੇ ਸੰਗਤ ਜੀ, ਬੜੇ ਟਿਪਸ ਨੇ। ਸੋ ਐਕਸਰਸਾਈਜ਼ ਕੀ ਕਰਦੀ ਹੈ, ਸਾਡੇ ਅੰਦਰ ਐਂਡੋਰਫਿਨ ਜਿਹੜਾ ਕੈਮੀਕਲ ਹੈ ਉਹਨੂੰ ਰਿਲੀਜ਼ ਕਰਦੀ ਹੈ। ਐਂਡੋਰਫਿਨ ਕੀ ਕਰਦਾ? ਪੇਨ ਕਿਲਰ ਹੈ। ਜਿਨ੍ਹਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਨਾ, ਉਹਨਾਂ ਨੂੰ ਦਿੰਦੇ ਨੇ ਐਂਟੀ ਡਿਪਰੈਸ਼ਨ। ਉਹਦੇ ਵਿੱਚ ਆਹੀ ਕੈਮੀਕਲਸ ਉਹ ਪਾ ਦਿੰਦੇ ਨੇ, ਇੱਕ ਐਂਡੋਰਫਿਨ, ਸੈਰੋਟੋਨਿਨ, ਆਕਸੀਟੋਸਿਨ, ਡੋਪਾਮਾइन। ਇਹ ਸਾਰੇ ਕਦ ਵਿੱਚੋਂ ਮਿਲ ਜਾਂਦੇ ਨੇ? एक्सरसाइज करके मिलता है एंडोर्फिन, और सेवा करके मिलता है सेरोटोनिन। सेवा किसी भी रूप में, किन्ने रूपों में हो सकती है, वो ऑटोमैटिकली निकलूगा ਜਦੋਂ ਤੁਹਾਡੇ ਅੰਦਰ ਭਲਾਈ ਅੰਦਰ ਆ ਗਈ ਮਨ ਵਿੱਚ, ਉਦੋਂ ਹੀ ਰਿਲੀਜ਼ ਹੋ ਗਿਆ। ਔਰ ਜਦੋਂ ਤੁਸੀਂ ਐਕਸ਼ਨ ਦੇ ਥਰੂ ਉਹ ਕਰ ਹੀ ਦਿੱਤੀ, ਫਿਰ ਤੁਸੀਂ ਦੇਖੋ ਕਿੰਨਾ ਟਾਈਮ ਤੁਸੀਂ ਉਸ ਮੋਡ ਵਿੱਚ ਰਹਿੰਦੇ ਹੋ। ਉਹ ਬਾਰ-ਬਾਰ ਸੀਨ ਵੀ ਯਾਦ ਆ ਜਾਏਗਾ ਨਾ, ਕਦੀ ਉਹ ਸੇਵਾ ਕੀਤੀ ਸੀ, ਉਹ ਭਲਾਈ ਕੀਤੀ ਸੀ, ਫਿਰ ਅੰਦਰੋਂ ਤੁਹਾਡੇ ਸੈਰੋਟੋਨਿਨ ਜਿਹੜਾ ਨਿਕਲਣ ਲੱਗ ਜਾਂਦਾ। ਸੋ ਪਹਿਲੇ ਹੀ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਹੋਏ ਨੇ। ਤੋ ਲਵ ਹਾਰਮੋਨ ਜਿਹੜਾ ਹੈ, ਜਦੋਂ ਪ੍ਰੇਮ ਭਾਵ ਵਿੱਚ ਹੁੰਦੇ ਹਾਂ, ਪ੍ਰੇਮ ਪਰਿਵਾਰ ਨੂੰ, ਸੰਸਾਰ ਨੂੰ, ਸਭ ਨੂੰ ਕਰੀਏ ਅਸੀਂ, ਤਾਂ ਉਦੋਂ ਤੁਹਾਡਾ ਆਕਸੀਟੋਸਿਨ ਆਟੋਮੈਟਿਕਲੀ ਨਿਕਲਦਾ ਹੈ। ਭਗਤ ਦੇਖੋ ਪ੍ਰੇਮ ਭਾਵ 'ਚ ਹੀ ਰਹਿੰਦੇ ਨੇ ਪਰਮਾਤਮਾ ਦੇ। ਕੀ ਫਿਰ ਕਿੰਨਾ ਖਿਲੇ ਖਿਲੇ ਰਹਿੰਦੇ ਨੇ। ਤੇ ਰਿਵਾਰਡ ਕੈਮੀਕਲ ਜਿਹੜਾ ਹੈਗਾ ਡੋਪਾਮਾइन। ਕੋਈ ਵੀ ਕੰਮ ਤੁਸੀਂ ਟਾਈਮ ਤੇ ਕਰ ਲੈਂਦੇ ਹੋ, ਆਟੋਮੈਟਿਕਲੀ ਤੁਹਾਡੇ ਅੰਦਰੋਂ ਰਿਵਾਰਡ ਕੈਮੀਕਲ ਨਿਕਲਦਾ ਹੈ। ਸੋਚਿਆ ਸੀ 10 ਦਿਨ 1-1 ਘੰਟਾ ਐਕਸਰਸਾਈਜ਼ ਕਰਨੀ ਆ, ਕਰ ਲਿਆ ਤਾਂ ਨਿਕਲਣਾ ਸ਼ੁਰੂ, ਇੱਕੋ ਦਿਨ ਪਹਿਲੇ ਦਿਨ ਹੀ ਕੀਤਾ ਸ਼ੁਰੂ ਹੋ ਗਿਆ। ਸੋਚਿਆ ਸੀ ਅੱਜ ਰੂਮ ਕਲੀਨ ਕਰਨਾ, ਤੁਸੀਂ ਕਰ ਲਿਆ, ਨਿਕਲ ਗਿਆ ਅੰਦਰੋਂ ਰਿਵਾਰਡ ਕੈਮੀਕਲ ਆਟੋਮੈਟਿਕਲੀ। ਜੋ ਵੀ ਛੋਟੇ ਛੋਟੇ ਗੋਲਸ ਰੱਖੋ, ਉਹਨਾਂ ਨੂੰ ਪੂਰੇ ਕਰੋ, ਤਾਂ ਇਹ ਨਿਕਲੇਗਾ ਹੀ ਨਿਕਲੇਗਾ। तो संगत जी सब तो ज़्यादा जोर जो है अज दियां रिसर्चर्स, वैसटर्न रिसर्चर्स मैडिटेशन उत्ते ही जोर दे रही ने। सो डीप मैडिटेशन मतलब एकाग्रता बननी। डीप मैडिटेशन का मतलब है एकाग्रता बनदियां बाहर मुखी तो होंदियां अंतरमुखी होई जाइए। साडे जिहड़े विचारां दी स्पीड चल रही है स्लो होंदियां एक वाहिगुरु ते फोकस हो जाइए। जिन्होंने महाराज ने कहा प्रभ की उस्तत करो संत मीत, सावधान एकाग्रजीत। खुश रहना है संगत जी सारिਆਂ ने। बिग स्माइल ਹੁਣ ਸਾਰਿਆਂ ਦੇ ਚਿਹਰੇ ਦੇ ਉੱਤੇ ਆ ਗਿਆ। ਸੋ ਕਿੰਨੇ ਸਾਨੂੰ ਟਿਪਸ ਗੁਰਬਾਣੀ ਵਿੱਚੋਂ ਮਿਲ ਗਏ ਨੇ, ਇਹ ਸਾਰਿਆਂ ਨੂੰ ਹੁਣ ਅਸੀਂ ਆਪਣੇ ਜੀਵਨ ਵਿੱਚ ਅਪਣਾਈਏ। ਨਵਾਂ ਸਾਲ ਚੜਿਆ ਹੈ, ਰੱਜ ਰੱਜ ਕੇ ਨਾਮ ਜਪੀਏ, ਸਰਬੱਤ ਦੇ ਭਲੇ ਦੇ ਸੋਚੀਏ, ਪਰਿਵਾਰਾਂ ਦੇ ਭਲੇ, ਸਰਬੱਤ ਦੇ ਭਲੇ, ਪੂਰੇ ਸੰਸਾਰ ਦਾ ਭਲਾ ਹੋਵੇ, ਇੱਦਾਂ ਦੀ ਸੋਚ ਰੱਖੀਏ ਅਸੀਂ ਸਾਰੇ ਜਾਣੇ, ਤੇ ਸਾਡੇ ਕਰਮ ਆਪਣੇ ਆਪ ਨੇਕ ਹੀ ਹੋਣਗੇ। ਸੰਗਤ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਆਪ ਜੀ। ਹਮੇਸ਼ਾ ਹੀ ਆਪਣੀਆਂ ਅਸੀਸਾਂ ਬਣਾ ਕੇ ਰੱਖਣਾ। ਤੁਹਾਡੀਆਂ ਅਸੀਸਾਂ ਦੇ ਸਦਕਾ ਗੁਰੂ ਮਹਾਰਾਜ ਜੀ ਸਾਨੂੰ ਵੀ ਸੰਗਤ ਦੇ ਚਰਨਾਂ ਵਿੱਚ ਬਿਠਾ ਲੈਂਦੇ ਨੇ। ਹਿਰਦੇ ਦੀਆਂ ਗਹਿਰਾਈਆਂ ਤੋਂ ਕੋਟਾਨ ਕੋਟਾਨ ਸ਼ੁਕਰਾਨਾ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।